ਕਾਂਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ। ਦੇਸ਼ ਵਿਦੇਸ਼ ਦੀ ਸੰਗਤ ਨੂੰ ਜੈ ਭੀਮ ਜੈ ਗੁਰਦੇਵ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਬਿਲਕੁਲ ਨੇੜੇ ਨੇ। ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਨੇ ਲੋਕਾਂ ਤੱਕ, ਵੋਟਰਾਂ ਤੱਕ, ਸਪੋਰਟਰਾਂ ਤੱਕ ਪਹੁੰਚ ਕਰਨ ਦੇ ਵਾਸਤੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਨੇਕਾਂ ਵਾਰ ਹੁਣ ਤੱਕ ਵੋਟਾਂ ਪਈਆਂ ਨੇ, ਸਰਕਾਰਾਂ ਬਣੀਆਂ ਨੇ, ਸਮਾਜ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ ਇਹਦੇ ਤੇ ਚਰਚਾ ਕਰਾਂਗੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਸੰਕਲਪ ਲਿਆ ਸੀ, ਜਿਸ ਲਤਾੜੇ ਸਮਾਜ ਦੇ ਵਾਸਤੇ ਉਹਨਾਂ ਨੇ ਲੜਾਈ ਲੜੀ ਸੀ, ਲੜਾਈ ਸ਼ੁਰੂ ਕੀਤੀ ਸੀ, ਸੰਘਰਸ਼ ਸ਼ੁਰੂ ਕੀਤਾ ਸੀਗਾ, ਉਹ ਅੱਜ ਵੀ ਜਾਰੀ ਹੈ ਤੇ ਸਮਾਜ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ ਤੇ ਗੱਲ ਕਰਾਂਗੇ। ਬਹੁਤ ਸਾਰੇ ਸਾਡੇ ਗੁਰੂ ਸਾਹਿਬਾਨਾਂ ਨੇ, ਰਹਿਬਰਾਂ ਨੇ ਵੀ ਆਪਣੀ ਆਪਣੇ ਤਰੀਕੇ ਦੇ ਨਾਲ ਲੜਾਈ ਲੜੀ ਹੈ ਸਮਾਜ ਦੇ ਵਿੱਚ ਬਰਾਬਰਤਾ ਲੈ ਕੇ ਆਉਣ ਦੇ ਲਈ। ਕਿੰਨੀ ਕੁ ਤਬਦੀਲੀ ਆਈ, ਕਿੰਨੀ ਕੁ ਨਹੀਂ। ਜੇ ਨਹੀਂ ਆਈ ਤੇ ਹੋਣ ਵਾਲੀਆਂ ਵੋਟਾਂ ਕੋਈ ਨਵਾਂ ਚੰਦ ਚਾੜਨ ਵਾਲੀਆਂ ਨਹੀਂ ਹੈਗੀਆਂ। ਚਰਚਾ ਕਰਨ ਦੇ ਵਾਸਤੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਅੱਜ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਨੇ, ਖਾਸ ਕਰਕੇ ਉਸ ਲਤਾੜੇ ਸਮਾਜ ਦੇ ਲੜਾਕੂ ਯੋਧੇ ਜਿਸ ਸਮਾਜ ਦੇ ਵਾਸਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਕਲਪ ਲਿਆ ਸੀ, ਲੜਾਈ ਸ਼ੁਰੂ ਕੀਤੀ ਸੀ ਤੇ ਉਹ ਲੜਾਈ ਅੱਜ ਵੀ ਜਾਰੀ ਹੈ। ਜਿਹੜੀ ਲੜਾਈ ਸਾਡੇ ਦੇਸ਼ ਭਗਤਾਂ ਨੇ ਸ਼ੁਰੂ ਕੀਤੀ ਸੀ ਉਹ ਲੜਾਈ ਅੱਜ ਵੀ ਜਾਰੀ ਹੈ ਤੇ ਇਹ ਲੜਾਈ ਦੇ ਯੋਧੇ ਨੇ ਅੱਜ ਸਾਡੇ ਕੋਲ ਪਹੁੰਚੇ ਨੇ। ਪਰਮਜੀਤ ਰੰਧਾਵਾ ਜੀ ਜਿਹੜੇ ਦਿਹਾਤੀ ਮਜ਼ਦੂਰ ਸਭਾ ਦੇ ਜੁਆਇੰਟ ਸਕੱਤਰ ਨੇ ਸੂਬੇ ਦੇ, ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਰੰਧਾਵਾ ਸਾਹਿਬ। ਜੈ ਭੀਮ ਜੈ ਗੁਰਦੇਵ। ਧੰਨਵਾਦ ਨਿਰਮਲ ਗੋੜਾ ਜੀ। ਅੱਜ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਕਾਂਚੀ ਚੈਨਲ ਤੇ ਗੱਲਬਾਤ ਰੱਖਣ ਦਾ, ਸਮਾਜ ਦੇ ਅੰਦਰ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਉਹ ਲੋਕਾਂ ਦੇ ਸਾਹਮਣੇ ਰੱਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਹੈ ਜੀ ਤੁਹਾਡਾ ਵੀ ਇੱਥੇ ਪਹੁੰਚਣ ਤੇ। ਔਰ ਇਹ ਆਪਾਂ ਇੱਕ ਇੱਕ ਗੱਲ ਕਰਕੇ ਸਿਰੇ ਤੇ ਆਪਾਂ ਲਗਾਵਾਂਗੇ ਆਪਣੀ ਅੱਜ ਦੀ ਜਿਹੜੀ ਚਰਚਾ ਹੈ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ 650 ਸਾਲ 650 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤੇ ਜਿਸ ਲਤਾੜੇ ਸਮਾਜ ਦੇ ਵਾਸਤੇ ਉਹਨਾਂ ਨੇ ਸੰਕਲਪ ਲਿਆ ਸੀ, ਲੜਾਈ ਲੜੀ ਸੀ, ਬਾਂਹ ਉਲਾਰ ਕੇ ਉਸ ਵੇਲੇ ਦੇ ਜ਼ਾਲਮ ਰਾਜਿਆਂ ਦੇ ਸਾਹਮਣੇ ਖੜ ਗਏ ਸੀ ਕਿ ਰਾਜਾ ਮੈਂ ਇਦਾਂ ਦਾ ਰਾਜ ਚਾਹੁੰਦਾ ਜਿੱਥੇ ਬਰਾਬਰਤਾ ਹੋਵੇ, ਬੇਇਨਸਾਫੀ ਕਿਸੇ ਨਾ ਹੋਵੇ, ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਮਿਲਣ। ਤੇ ਇਸੇ ਤਰੀਕੇ ਦੇ ਨਾਲ ਸਾਰੇ ਗੁਰੂ ਸਾਹਿਬਾਨਾਂ ਨੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਲਤਾੜੇ ਸਮਾਜ ਨੂੰ ਬਰਾਬਰ ਲੈ ਕੇ ਆਉਣ ਦੇ ਲਈ ਯਤਨ ਕੀਤੇ ਨੇ। ਕੀ ਕਹਿਣਾ ਚਾਹੋਗੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਜੋ ਸੰਕਲਪ ਸੀ ਉਹਦੇ ਨਾਲ ਸਮਾਜ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਜਾਪਦੀ? ਕੀ ਕਹਿਣਾ ਚਾਹੋਗੇ? ਸਾਡੇ ਮਹਾਨ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਉਹਨਾਂ ਦੇ ਹਮ ਖਿਆਲੀ ਤੇ ਹਮ ਉਮਰ ਕਬੀਰ ਜੀ, ਬਾਬਾ ਫਰੀਦ ਜੀ, ਪੀਪਾ ਜੀ ਤੇ ਹੋਰ ਬਹੁਤ ਸਾਰੇ ਸ਼੍ਰੋਮਣੀ ਭਗਤ ਜਿਨ੍ਹਾਂ ਨੇ ਉਸ ਵੇਲੇ ਜਦੋਂ ਬਹੁਤ ਸਾਰੇ ਖਾਸ ਕਰਕੇ ਜਿਹੜਾ ਸਾਡਾ ਵਰਗ ਸੀ ਜੀ, ਜਿਹਦੇ ਕੋਲ ਕੋਈ ਆਪਣਾ ਆਮਦਨ ਦਾ ਸਾਧਨ ਨਾ ਹੋਣ ਦੇ ਕਾਰਨ ਤੇ ਸਾਰੇ ਪੱਖਾਂ ਤੋਂ ਲਤਾੜਿਆ ਹੋਇਆ ਸੀ, ਆਰਥਿਕ ਪੱਖੋਂ, ਸਮਾਜਿਕ ਪੱਖੋਂ, ਧਾਰਮ ਪੱਖੋਂ। ਉਸ ਵੇਲੇ ਸਾਡੇ ਰਹਿਬਰਾਂ ਨੇ ਉਪਰਾਲਾ ਕੀਤਾ ਆਪਣੇ ਸਮਾਜ ਨੂੰ ਉੱਪਰ ਲਿਆਉਣ ਦੇ ਲਈ ਤੇ ਉਹਨਾਂ ਦੇ ਪੈਰ ਚੰਨਾਂ ਤੇ ਚੱਲ ਕੇ ਅੱਜ ਅਸੀਂ ਆਪਣੇ ਸਮਾਜ ਨੂੰ ਅੱਗੇ ਤੋਰਨ ਦੇ ਲਈ ਉਪਰਾਲਾ ਕਰ ਰਹੇ ਹਾਂ ਜੀ। ਜਿਹੜਾ ਉਹਨਾਂ ਨੇ ਉਸ ਵਕਤ ਸੁਪਨਾ ਲਿਆ ਸੀ, ਐਸਾ ਚਾਹੂੰ ਰਾਜ ਮੈਂ ਜਹਾਂ ਸਭਨ ਕੋ ਮਿਲੇ ਅੰਨ, ਜੀ, ਛੋਟ ਵੱਡੇ ਸਮ ਬਸੇ ਰਵਿਦਾਸ ਰਹੇ ਪ੍ਰਸੰਨ ਜੀ। ਇਹ ਇੱਕ ਇਨਕਲਾਬੀ ਲੋਕਾਂ ਲਈ ਨਾਅਰਾ ਸੀ ਜੀ। ਉਹਨਾਂ ਦਾ ਇੱਕ ਸੁਪਨਾ ਸੀ ਵੀ ਅਸੀਂ ਇਹੋ ਜਿਹਾ ਰਾਜ ਸਿਰਜਣਾ ਚਾਹੁੰਦੇ ਹਾਂ ਜਿਸ ਰਾਜ ਦੇ ਅੰਦਰ ਕੋਈ ਭੁੱਖਾ ਨਾ ਰਹੇ, ਜਿਸ ਰਾਜ ਦੇ ਅੰਦਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਾਰੇ ਲੋਕ ਬਰਾਬਰ ਰਹਿਣ ਜੀ। ਉਹ ਸੁਪਨਾ ਅਜੇ ਤੱਕ ਸਾਡੇ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ ਪੂਰਾ ਨਹੀਂ ਹੋਇਆ ਜੀ। ਉਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਜਿਹੜਾ ਉਹ ਸੰਕਲਪ ਤੋਰ ਰਹੇ ਹਾਂ ਜੀ। ਰੰਧਾਵਾ ਸਾਹਿਬ, ਇੱਥੇ ਨਾਲ ਇਹ ਗੱਲ ਜ਼ਰੂਰ ਜੁੜਦੀ ਹੈ ਕਿ ਜਿਹੜਾ ਸੰਕਲਪ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਰਹਿਬਰਾਂ ਨੇ ਲਿਆ ਸੀ, ਗੁਰੂ ਸਾਹਿਬਾਨਾਂ ਨੇ ਲਿਆ ਸੀ, ਉਦੋਂ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ ਤਬਦੀਲੀ ਤੇ ਜ਼ਰੂਰ ਆਈ ਹੈ। ਜਿਵੇਂ
ਕਿ ਜੇ ਗੱਲ ਕਰੀਏ ਉਸ ਵੇਲੇ ਦੀ ਤੇ ਸਾਡੇ ਸਮਾਜ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ, ਕੱਪੜਾ ਪਾਉਣ ਨੂੰ ਨਹੀਂ ਸੀ, ਰਹਿਣ ਨੂੰ ਘਰ ਨਹੀਂ ਸੀਗੀ। ਭਾਵੇਂ ਅੱਜ ਨੈਗੇਟਿਵ ਪੱਖ ਉਹ ਵੀ ਹੈ, ਪਰ ਬਹੁਤਾ ਅੱਜ ਵੀ ਕੁਝ ਨਾ ਕੁਝ ਤਬਦੀਲੀ ਜ਼ਰੂਰ ਆਈ ਹੈ। ਕਿਉਂਕਿ ਅੱਜ ਜੇ ਗੱਲ ਕਰੀਏ ਤੇ ਅੱਜ ਕਾਂਛੀ ਟੀਵੀ ਦੀ ਟੀਮ ਜਿਹੜੀ ਉਹ ਸੇਵਾਵਾਂ ਨਿਭਾ ਰਹੀ ਹੈ, ਤੇ ਉਹਦੇ ਬਦੌਲਤ ਇਹ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਸਾਡਾ ਸੁਨੇਹਾ ਜਾ ਰਿਹਾ ਹੈਗਾ। ਤੇ ਅੱਜ ਤੁਸੀਂ ਵੀ ਇਹ ਉਸ ਗੱਲ ਕਰੀਏ ਕਿ ਲਤਾੜੇ ਸਮਾਜ ਚੋਂ ਅੱਜ ਲੀਡਰ ਬਣ ਕੇ ਔਰ ਆਪਣੀ ਗੱਲ ਵੀ ਰੱਖ ਰਹੇ ਆ, ਤੇ ਸਾਨੂੰ ਕੋਈ ਰੋਕ ਟੋਕ ਵੀ ਨਹੀਂ ਹੈ। ਤੇ ਉਸ ਵੇਲੇ ਸਾਨੂੰ ਕੋਈ ਗੱਲ ਕਰਨ ਦੇ ਅਧਿਕਾਰ ਵੀ ਨਹੀਂ ਸੀ, ਗੱਲ ਸੁਣਨ ਦੇ ਅਧਿਕਾਰ ਵੀ ਨਹੀਂ ਸੀ। ਤੇ ਸਿਆਣੇ ਦੱਸਦੇ ਆ ਕਿ ਜੇਕਰ ਕੋਈ ਸਤਸੰਗ ਸੁਣਦਾ ਸੀ, ਚੰਗੀ ਗੱਲ ਸੁਣਦਾ ਸੀ, ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀਗਾ। ਤੇ ਇਹ ਲਤਾੜੇ ਦੇ ਸਮਾਜ ਦੇ ਵਿੱਚੋਂ ਜੇ ਕੋਈ ਪ੍ਰਚਾਰਕ ਉੱਠਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ। ਇਤਿਹਾਸ ਗਵਾਹ ਹੈ। ਤੇ ਬਹੁਤ ਸਾਰੇ ਯੋਧਿਆਂ ਦੇ ਜਿਹੜੇ ਉਸ ਵੇਲੇ ਨਿਸ਼ਾਨਾਬਾਜ਼ ਵੀ ਸੀ, ਉਹਨਾਂ ਦੇ ਅੰਗੂਠੇ ਕੱਟਣ ਤੱਕ ਦੀਆਂ ਵੀ ਜਿਹੜੀਆਂ ਵਿੱਚ ਇਹਦੇ ਚਰਚਾਵਾਂ ਆਉਂਦੀਆਂ। ਅੱਜ ਕਿਤੇ ਨਾ ਕਿਤੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਔਰ ਆਪਣੇ ਹੱਕਾਂ ਦੇ ਲਈ ਲੜ ਵੀ ਰਹੇ ਹਾਂ ਔਰ ਪ੍ਰਾਪਤੀਆਂ ਵੀ ਕਰ ਰਹੇ ਆ। ਤੇ ਜੇ ਅੱਜ ਉਸ ਲਤਾੜੇ ਸਮਾਜ ਦੇ ਵਿੱਚੋਂ ਪੜ੍ਹ ਲਿਖ ਕੇ ਆਫੀਸਰ ਵੀ ਬਣੇ ਨੇ, ਲੀਡਰ ਵੀ ਬਣੇ ਨੇ ਔਰ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਸੈੱਟ ਹੋਏ ਨੇ ਔਰ ਵਿਦੇਸ਼ਾਂ 'ਚੋਂ ਕਮਾਈ ਕਰਕੇ ਪੰਜਾਬ ਆਪਣਾ ਦੇਸ਼ ਭਾਰਤ ਦੇ ਵਿੱਚ ਜਿਹੜੇ ਘਰਾਂ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਵੀ ਕੁਝ ਨਾ ਕੁਝ ਸਰੱਗੀ ਆਈ ਲੱਗਦੀ। ਇਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਪਹਿਲੇ ਜ਼ਿਕਰ ਕੀਤਾ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਹੜਾ ਇਨਕਲਾਬੀ ਨਾਅਰਾ ਦਿੱਤਾ ਸੀ ਜੀ, ਉਹਦੇ ਤੋਂ ਬਹੁਤ ਕੁਝ ਸਿੱਖਿਆ ਤੇ ਪ੍ਰਾਪਤ ਕੀਤਾ ਜੀ। ਉਹਦੇ ਕਾਰਨ ਹੀ ਸਾਡਾ ਸਮਾਜ ਜਿਹੜਾ ਅੱਗੇ ਵਧਿਆ ਜੀ, ਤੇ ਤਾਈਓ ਤਰੱਕੀ ਵਾਲੇ ਪਾਸੇ ਨੂੰ ਤੁਰਿਆ ਜੀ। ਜਿਹੜਾ ਅਸੀਂ ਕਹਿਣਾ ਚਾਹੁੰਦੇ ਆ ਵੀ ਜੇ ਅਸੀਂ ਦੇਖ ਲਈ ਅੱਜ ਸਾਡੇ ਦੇਸ਼ ਦੇ ਅੰਦਰ ਰਾਜ ਭਾਗ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਉਹਦੇ ਵਿੱਚ ਬਹੁਤ ਘੱਟ ਰੋਲ ਆ। ਉਸ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਾਅਰਾ ਸੀ ਉਹ ਤੋਂ ਲੋਕਾਂ ਨੇ ਸਿੱਖ ਕੇ ਸੇਧ ਲੈ ਕੇ ਆਪ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ, ਤਾਂ ਸਾਡੇ ਘਰਾਂ 'ਚ ਥੋੜ੍ਹੀ ਬਹੁਤੀ ਜਿਹੜੀ ਤਬਦੀਲੀ ਆਈ ਆ ਤਦ ਆਈ ਆ। ਜੇ ਕਹੀਏ ਇਸ ਤਬਦੀਲੀ ਦੇ ਅੰਦਰ ਸਰਕਾਰਾਂ ਨੇ ਮਦਦ ਕਰਕੇ ਇੱਥੇ ਤਬਦੀਲੀ ਲਿਆਂਦੀ ਆ, ਉਹ ਬਹੁਤ ਘੱਟ, ਜਿਹਨੂੰ ਅਸੀਂ ਕਹਿ ਲਈਏ ਵੀ 10 ਪੈਸੇ ਰੁਪਈਏ 'ਚੋਂ 10 ਪੈਸੇ। ਜੇ ਸੱਚੀ ਮੁੱਚੀ ਸਾਡੇ ਸਮਾਜ ਦੇ ਅੰਦਰ ਤਬਦੀਲੀ ਲਿਆਉਣੀਆਂ ਚਾਹੁੰਦੀਆਂ ਹੋਣ ਸਰਕਾਰਾਂ, ਅੱਜ ਸਾਡੇ ਪਿੰਡਾਂ ਦੇ ਅੰਦਰ ਜਿਹੜੇ ਪ੍ਰਾਇਮਰੀ ਸਕੂਲ ਜਿਹਦੇ ਸਭ ਤੋਂ ਵੱਧ ਸਾਡੇ ਲਤਾੜੇ ਹੋਏ ਲੋਕਾਂ ਦੇ ਬੱਚੇ ਪੜ੍ਹਦੇ ਆ, ਉਹਨਾਂ ਸਕੂਲਾਂ ਨੂੰ ਸਰਕਾਰ ਬੰਦ ਕਰਨ ਜਾ ਰਹੀ ਆ ਜਾਂ ਉੱਥੇ ਪੂਰਨ ਤੌਰ 'ਤੇ ਉਹੋ ਜਿਹਾ ਪ੍ਰਬੰਧ ਨਹੀਂ ਜਿੱਦਾਂ ਦਾ ਵਿੱਦਿਆ ਲੈਣ ਦੇ ਲਈ ਹੋਣਾ ਚਾਹੀਦਾ। ਸਾਡੇ ਪੰਜਾਬ ਦੇ ਅੰਦਰ ਹੀ ਐਸੇ ਸਕੂਲ ਆ ਜਿੱਥੇ ਟੀਚਰ ਹੀ ਹੈ ਨਹੀਂ, ਬਿਨਾਂ ਟੀਚਰਾਂ ਤੋਂ ਸਕੂਲ ਚੱਲ ਰਹੇ ਆ, ਤੇ ਬਹੁਤ ਸਕੂਲ ਐਸੇ ਆ ਜਿੱਥੇ ਟੀਚਰਾਂ ਦੀ ਗਿਣਤੀ ਪੂਰੀ ਨਹੀਂ, ਜਿੱਥੋਂ ਮੁੱਢਲੀ ਸਿੱਖਿਆ ਲੈ ਕੇ ਅਸੀਂ ਤੇ ਸਾਡੇ ਸਮਾਜ ਨੇ ਤੇ ਸਾਡੇ ਬੱਚਿਆਂ ਨੇ ਤਰੱਕੀ ਕਰਨੀ ਆ। ਇਹ ਇੱਕ ਬੜੀ ਸਾਜ਼ਿਸ਼ ਦੇ ਤਹਿਤ ਸਾਡੇ ਕੋਲੋਂ ਵਿੱਦਿਆ ਖੋਹੀ ਜਾ ਰਹੀ ਹੈ। ਇਹ ਰੰਧਾਵਾ ਸਾਹਿਬ ਤੁਸੀਂ ਵਿੱਦਿਆ ਦੀ ਗੱਲ ਕੀਤੀ, ਇੱਦਾਂ ਹੀ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਤੇ ਬੱਚੇ ਸਾਡੇ ਪੜ੍ਹ ਲਿਖ ਕੇ ਬੇਰੁਜ਼ਗਾਰ ਘੁੰਮਦੇ ਨੇ। ਕੀ ਕਹਿਣਾ ਚਾਹੋਗੇ? ਖਾਸ ਕਰਕੇ ਜਿਹੜਾ ਦੁਆਬਾ ਹੈਗਾ, ਇੱਥੇ ਥੋੜ੍ਹੀ ਜਿਹੀ ਸੁਰੱਗੀ ਦੇਖਣ ਨੂੰ ਮਿਲਦੀ ਜਦੋਂ ਦੁਆਬੇ ਤੋਂ ਬਾਹਰ, ਕਿਉਂਕਿ ਤੁਸੀਂ ਸੂਬੇ ਦੇ ਸਕੱਤਰੋਂ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਜਾਣਾ ਪੈਂਦਾ। ਦੁਆਬੇ ਤੋਂ ਬਾਹਰ ਦੇ ਕਿੱਦਾਂ ਦੇ ਹਾਲਾਤ ਹੈਗੇ ਨੇ ਲੋਕਾਂ ਦੇ? ਅਸੀਂ ਦੁਆਬੇ ਦੇ ਅੰਦਰ ਰਹਿੰਦੇ ਹਾਂ, ਦੁਆਬੇ ਦੀ ਹਾਲਤ ਜਿਹੜੀ ਬਹੁਤੀ ਚੰਗੀ ਨਹੀਂ। ਜਦੋਂ ਅਸੀਂ ਵੱਖ-ਵੱਖ ਪਿੰਡਾਂ 'ਚ ਜਾਂਦੇ, ਖਾਸ ਕਰਕੇ ਆਪਣੇ ਪਰਿਵਾਰਾਂ 'ਚ ਜਾ ਕੇ ਮਿਲਦੇ ਹਾਂ, ਅੱਜ ਵੀ ਸਾਡੇ ਬਾਹਰੀ ਤੌਰ 'ਤੇ ਜਿਹੜੀ ਸਾਨੂੰ ਦਿੱਖ ਨਜ਼ਰ ਆਉਂਦੀ ਆ, ਉਹ ਆਪਣਾ ਇੱਕ ਸਿਆਣਪ ਦੇ ਨਾਲ ਉਹਨੇ ਆਪਣਾ ਰਹਿਣ ਸਹਿਣ ਸੁਧਾਰਿਆ। ਅੰਦਰੋਂ ਜਦੋਂ ਅਸੀਂ ਨਿਗਾਹ ਮਾਰ ਕੇ ਦੇਖਦੇ ਹਾਂ, ਜੇ ਕਿਸੇ ਸਾਡੇ ਭਰਾ ਨੇ 4 ਇੱਟਾਂ ਲਾ ਲਈਆਂ, ਉਹ ਮਜਬੂਰਨ ਤੌਰ 'ਤੇ ਉਹਨੂੰ ਲਾਉਣੀਆਂ ਪਈਆਂ। ਪਹਿਲਾਂ ਸਾਡੇ ਗਾਰੇ ਦੇ ਕੱਚੇ ਘਰ ਸੀ, ਬਾਰਿਸ਼ਾਂ ਆਉਣ 'ਤੇ ਡਿੱਗ ਪੈਂਦੇ ਸੀ, ਤੰਗੀਆਂ ਤੁਰਸ਼ੀਆਂ ਕੱਟਦੇ ਸੀ। ਅੱਜ ਉਹ ਕਿਸੇ ਨੇ ਕਰਜ਼ਾ ਲੈ ਕੇ, ਕਿਸੇ ਨੇ ਸਖਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਭੁੱਖਿਆਂ ਰੱਖ ਕੇ ਉਹ 4 ਇੱਟਾਂ ਲਾ ਲਈਆਂ, ਪਰ ਦਰਵਾਜ਼ੇ ਤਾਕੀਆਂ ਨਹੀਂ ਲੱਗੇ, ਅੰਦਰ ਫਰਸ਼ ਨਹੀਂ ਲੱਗੇ। ਉਹ ਅੱਜ ਵੀ ਜਿਹੜੇ ਸਾਡੇ ਬਹੁਤ ਸਾਰੇ ਗਰੀਬ ਲੋਕਾਂ ਦੇ ਘਰ ਆ, ਪਸ਼ੂਆਂ ਦੇ ਘੁਰਨਿਆਂ ਵਰਗੇ ਘਰ ਆ ਨੇੜੇ ਪਿੰਡਾਂ 'ਚ ਅਸੀਂ ਪਿੱਛੇ ਗਏ ਹਾਂ, ਜਿਹੜਾ ਦੇਖਣ ਨੂੰ ਮਿਲਿਆ ਪਿੰਡਾਂ ਦੇ ਅੰਦਰ ਐਸੇ ਘਰ ਇੰਨੇ ਛੋਟੇ ਆ ਵੀ ਉਸੇ ਹੀ ਘਰ ਦੇ ਅੰਦਰ ਉਹਨਾਂ ਦਾ ਚੁੱਲ੍ਹਾ, ਉਸੇ ਹੀ ਘਰ ਦੇ ਅੰਦਰ ਬੱਚੇ, ਉਸੇ ਹੀ ਮਕਾਨ ਦੇ ਅੰਦਰ ਉਹਨੀ ਗਟਰ ਪੱਟਿਆ ਹੋਇਆ ਲੈਟਰਨ ਬਣਾਉਣ ਦੇ ਲਈ, ਹੋਰ ਦੂਜੀ ਇਹਨਾਂ ਕੋਲੋਂ ਥਾਂ ਨਹੀਂ। ਇੱਥੋਂ ਅੰਦਾਜ਼ਾ ਲਾ ਲਓ ਵੀ ਸਾਡੇ ਦੁਆਬੇ ਦੀ ਕਿੰਨੀ ਕੁ ਤਰੱਕੀ ਹੋਈ ਆ, ਤੇ ਬਾਕੀ ਪੰਜਾਬ ਦੀ ਹਾਲਤ ਇਦੋਂ ਵੀ ਮਾੜੀ ਆ। ਰੰਧਾਵਾ ਸਾਹਿਬ, ਤੁਹਾਡਾ ਜਿਹੜਾ ਜਥੇਬੰਦੀ ਦਾ ਜ਼ਿਆਦਾ ਰਾਬਤਾ ਉਹ ਖਾਸ ਕਰਕੇ ਕਿਰਤੀਆਂ ਤੇ ਮਜ਼ਦੂਰਾਂ ਦੇ ਨਾਲ ਹੈਗਾ, ਕਿਉਂਕਿ ਤੁਹਾਡੀ ਜਿਹੜੀ ਜਥੇਬੰਦੀ ਹੈਗੀ ਆ ਦਿਹਾਤੀ ਮਜ਼ਦੂਰ ਸਭਾ, ਤੇ ਨਾਲ ਮਜ਼ਦੂਰਾਂ ਦੀਆਂ ਜਿਹੜੀਆਂ ਕਿਰਤੀਆਂ ਦੀਆਂ ਜਿਹੜੀ ਜਥੇਬੰਦੀਆਂ ਉਹਨਾਂ ਨਾਲ ਜ਼ਿਆਦਾ ਤੁਸੀਂ
ਰਾਬਤਾ ਅਕਸਰ ਰੱਖਦੇ ਹੋ ਤੇ ਮਜ਼ਦੂਰਾਂ ਤੱਕ ਤੁਸੀਂ ਪਹੁੰਚ ਵੀ ਕਰਦੇ ਹੋ। ਕਿਵੇਂ ਹਾਲਾਤ ਰਹੇ ਜਿਹੜਾ ਕਰਫਿਊ ਦਾ ਸਮਾਂ ਲੰਘ ਕੇ ਗਿਆ, ਜਿਹੜਾ ਲੋਕਡਾਊਨ ਦਾ ਸਮਾਂ ਲੰਘ ਕੇ ਗਿਆ? ਸਰਕਾਰਾਂ ਨੇ ਕਿਸੇ ਦੇ ਘਰ ਤੱਕ ਜਾ ਕੇ ਨਹੀਂ ਦੇਖਿਆ, ਕਿਸੇ ਦਾ ਦਰਵਾਜ਼ਾ ਖੜਕਾ ਕੇ ਪੁੱਛਿਆ ਨਹੀਂ ਵੀ ਤੁਸੀਂ ਭੁੱਖੇ ਆ ਜਾਂ ਤੁਸੀਂ ਕੁਝ ਖਾਧਾ। ਤੇ ਕਿੱਦਾਂ ਦੇ ਹਾਲਾਤਾਂ ਦੇ ਵਿੱਚੋਂ ਇਹ ਸਮਾਂ ਗੁਜ਼ਰਿਆ ਆਮ ਲੋਕਾਂ ਦਾ? ਇਹ ਸਮਾਂ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਪਹਿਲਾਂ ਬਜ਼ੁਰਗਾਂ ਕੋਲੋਂ ਸੁਣਿਆ ਕਰਦੇ ਸੀ ਵੀ ਜਦੋਂ ਦੇਸ਼ ਦੇ ਅੰਦਰ ਕਾਲ ਪਿਆ 1936 ਦੇ ਅੰਦਰ, ਤੇ ਉਦੋਂ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਸੀ, ਘਰਾਂ ਦੇ ਅੰਦਰ ਬਹੁਤ ਸੱਥਰ ਵਿਛ ਗਿਆ ਸੀ। ਤੇ ਅੱਜ ਅਸੀਂ ਅੱਖੀਂ ਦੇਖਿਆ ਵੀ ਪਿੰਡਾਂ ਦੇ ਅੰਦਰ, ਸ਼ਹਿਰਾਂ ਦੇ ਅੰਦਰ ਜਿਹੜੇ ਗਰੀਬ ਮਜ਼ਦੂਰ ਸੀ, ਜਿਹੜੀ ਹਰ ਰੋਜ਼ ਦਿਹਾੜੀ ਲਾ ਕੇ ਆਟਾ ਲਿਆ ਕੇ ਰੋਟੀ ਪਕਾਉਣ ਵਾਲੇ ਸੀ, ਉਹਨਾਂ ਦੀ ਹਾਲਤ ਇੰਨੀ ਤਰਸਯੋਗ ਸੀ, ਉਹ ਭੁੱਖ ਨਾਲ ਹੀ ਮਰ ਗਏ। ਅਖਬਾਰਾਂ ਵਿੱਚ ਵੀ ਆਇਆ ਵੀ ਬਿਮਾਰੀ ਨਾਲ ਘੱਟ ਤੇ ਭੁੱਖ ਨਾਲ ਵੱਧ ਮਰ ਗਏ। ਜੇ ਸਰਕਾਰਾਂ ਨੇ ਪ੍ਰਬੰਧ ਕੀਤਾ ਹੁੰਦਾ ਤੇ ਘੱਟੋ ਘੱਟ ਜੇ ਬਿਮਾਰੀ ਨੂੰ ਨਹੀਂ ਸੀ ਰੋਕਿਆ ਜਾ ਸਕਦਾ ਤੇ ਭੁੱਖ ਨੂੰ ਤਾਂ ਰੋਕਿਆ ਜਾ ਸਕਦਾ ਸੀ। ਸਾਡੇ ਦੇਸ਼ ਦੇ ਅੰਦਰ ਅਨਾਜ ਜਮ੍ਹਾਂ ਪਿਆ, ਪਰ ਲੋਕਾਂ ਤੱਕ ਸਮੇਂ ਸਿਰ ਪਹੁੰਚਦਾ ਨਾ ਹੋਣ ਦੇ ਕਾਰਨ ਅੱਜ ਸਾਡੇ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਵੀ ਬਹੁਤ ਸਾਰੇ ਲੋਕ ਸਾਡੇ ਭੁੱਖ ਨਾਲ ਮਰ ਰਹੇ ਆ। ਭੁੱਖ ਨਾਲ ਮਰ ਰਹੇ ਆ। ਤੇ ਲੋਕਡਾਊਨ ਦੇ ਵਿੱਚ ਸਰਕਾਰਾਂ ਨੇ, ਕਿਸੇ ਲੀਡਰ ਨੇ ਕਿਸੇ ਦੀ ਬਾਂਹ ਨਹੀਂ ਫੜੀ। ਰੰਧਾਵਾ ਸਾਹਿਬ ਵੀ ਇਹ ਸਰਕਾਰ ਬਣੀ ਨੂੰ, ਵੈਸੇ ਤਾਂ ਪਹਿਲੀਆਂ ਸਰਕਾਰਾਂ ਦੇ ਹਾਲਾਤ ਵੀ ਇਦਾਂ ਦੇ ਰਹੇ ਆ, ਲੋਕਾਂ ਦੇ ਲਈ ਬਾਹਲਾ ਨਹੀਂ ਸੋਚਿਆ, ਆਪਣੇ ਢਿੱਡ ਭਰੇ। ਉਹ ਤੁਸੀਂ ਅਕਸਰ ਸਟੇਜਾਂ ਤੋਂ ਬੋਲਦੇ ਹੋ ਜਾਂ ਅਸੀਂ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਪੜ੍ਹਦੇ ਤੇ ਸੁਣਦੇ ਹੈਗੇ ਆ। ਜਿਵੇਂ ਆਖਰ ਤੇ ਆ ਕੇ ਕਾਂਗਰਸ ਨੇ ਪੰਜਾਬ ਸਰਕਾਰ ਦੇ ਵਿੱਚ ਪਹਿਲਾ ਮੁੱਖ ਮੰਤਰੀ ਨੂੰ ਗੱਦੀ ਤੋਂ ਲਾਹ ਕੇ ਤੇ ਨਵਾਂ ਬਿਠਾ ਦਿੱਤਾ, ਮਾਣਯੋਗ ਚਰਨਜੀਤ ਸਿੰਘ ਜੀ ਚੰਨੀ। ਤੇ ਉਹਨਾਂ ਦੇ ਬਿਆਨ ਜਿਹੜੇ ਪਹਿਲੇ ਦਿਨ ਤੋਂ ਆ ਰਹੇ ਆ, ਪਹਿਲੇ ਦਿਨ ਦਾ ਜਿਹੜਾ ਉਹਨਾਂ ਦਾ ਗੱਦੀ ਤੇ ਬਹਿੰਦਿਆਂ ਜਿਹੜਾ ਬਿਆਨ ਸੀ, ਤੇ ਅੱਖਾਂ ਭਰ ਕੇ ਭਾਵੁਕ ਹੋ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਮੈਂ ਉਸ ਘਰ ਦੇ ਵਿੱਚ ਪੈਦਾ ਹੋਇਆ ਕਿ ਜਿੱਥੇ ਸਾਡੀ ਛੱਤ ਵੀ ਨਹੀਂ ਸੀ, ਔਰ ਮੇਰੀ ਮਾਂ ਟੋਭੇ ਤੋਂ, ਛੱਪੜ ਤੋਂ ਮਿੱਟੀ ਲਿਆ ਕੇ ਇਹ ਘਰ ਦੇ ਵਿੱਚ ਫੇਰਦੀ ਸੀ, ਵਿੱਚ ਤੂੜੀ ਰਲਾ ਕੇ, ਤੇ ਮੈਂ ਨਾਲ ਜਾਂਦਾ ਹੁੰਦਾ ਸੀ। ਵੀ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਵੱਡੇ ਹੋਏ ਆ, ਪਲੇ ਆ ਤੇ ਇੱਥੇ ਤੱਕ ਪਹੁੰਚੇ ਆ। ਤੇ ਉਸ ਤੋਂ ਬਾਅਦ ਲੋਕਾਂ ਨੂੰ, ਬਹੁਤ ਆਮ ਤੇ ਸਧਾਰਨ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਸੀ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਵੀ ਅੱਜ ਮੁੱਖ ਮੰਤਰੀ, ਦੇਸ਼ ਦਾ ਰਾਜਾ, ਇੱਕ ਰਾਜੇ ਦੇ ਮਹਿਲਾਂ ਚੋਂ ਬਾਹਰ ਆ ਕੇ ਆਮ ਲੋਕਾਂ ਦੇ ਵਿੱਚੋਂ ਜਾ ਕੇ ਦੇਸ਼ ਦੀ ਰਾਜ ਦੀ ਮੁੱਖ ਮੰਤਰੀ ਦੀ ਸੀਟ ਤੇ, ਗੱਦੀ ਤੇ ਬਿਰਾਜਮਾਨ ਹੋਇਆ। ਬੜਾ ਚਾਅ ਚੜਿਆ ਸੀਗਾ। ਤੇ ਚਾਅ ਇਹ ਵੀ ਚੜਿਆ ਸੀ ਵੀ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਹੁਣ ਸੰਕਲਪ, ਹੁਣ ਉਹਨਾਂ ਦਾ ਨਿਸ਼ਾਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ। ਤੇ ਇਹ ਵੀ ਲੱਗ ਰਿਹਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਉਸ ਵੇਲੇ ਦਾ ਨਾਅਰਾ ਸੀਗਾ ਕਿ ਗਰੀਬ ਕੋ ਦੂੰ ਸਿੱਖ, ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਤੇ ਵੀ ਉਹ ਵੀ ਹੁਣ ਪੂਰਾ ਹੁੰਦਾ ਦਿਖਾਈ ਦੇ ਰਿਹਾ। ਤੇ ਆਮ ਲੋਕ, ਆਮ ਵਰਗ ਦੀਆਂ ਹੁਣ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਨਿਵਾਰਨ ਹੋਏਗਾ। ਤੇ ਬਹੁਤ ਸਾਰੇ ਐਲਾਨ ਵੀ ਕੀਤੇ ਨੇ ਮੁੱਖ ਮੰਤਰੀ ਸਾਹਿਬ ਨੇ। ਕੀ ਕਹਿਣਾ ਚਾਹੋਗੇ ਉਹਦੀ ਗਰਾਊਂਡ ਰਿਐਲਿਟੀ, ਅਸਲ ਜ਼ਮੀਨੀ ਪੱਧਰ ਤੇ, ਗ੍ਰਾਸ ਰੂਟ ਤੇ ਅਸਲ 'ਚ ਸੱਚਾਈ ਕੀ ਹੈਗੀ ਆ? ਦੇਖੋ, ਅਸੀਂ ਸਮਝਦੇ ਹਾਂ, ਤੁਸੀਂ ਸਾਡੇ ਨਾਲੋਂ ਵੱਧ ਸਮਝਦੇ ਹਾਂ ਕਿ ਹਰ ਰੋਜ਼ ਬਾਹ ਪੈਂਦਾ। ਚੰਨੀ ਸਾਹਿਬ ਮੁੱਖ ਮੰਤਰੀ ਬਣੇ, ਚੰਗੀ ਗੱਲ ਆ। ਉਸ ਸਮਾਜ ਦੇ ਵਿੱਚੋਂ ਸੀ ਜਿਹੜਾ ਸਦਾ ਲਤਾੜਿਆ ਰਿਹਾ, ਪਰ ਅੱਜ ਦੇਖਣ ਦੀ ਲੋੜ ਆ ਵੀ ਉਹ ਕਿਸ ਸਮਾਜ ਦੀ, ਕਿਸ ਵਰਗ ਦੀ ਸੇਵਾ ਕਰ ਰਹੇ ਆ। ਦੇਖਣ ਵਾਲੀ ਇਹ ਗੱਲ ਆ, ਜਾਤਾਂ ਦੀ ਲੜਾਈ ਨਹੀਂ, ਇੱਥੇ ਸਾਡੇ ਦੇਸ਼ ਦੇ ਅੰਦਰ ਜਮਾਤਾਂ ਦੀ ਲੜਾਈ ਆ। ਸਾਨੂੰ ਇਹ ਦੇਖਣਾ ਪਊ ਚਰਨਜੀਤ ਚੰਨੀ ਅੱਜ ਕਿਸ ਜਮਾਤ ਦੀ ਸੇਵਾ ਕਰਦੇ ਆ। ਜੇ ਸੱਚੀ ਮੁੱਚੀ ਲੋਕਾਂ ਦੀ ਉਹ ਭਲਾਈ ਦਾ ਕੰਮ ਕਰਨਾ ਚਾਹੁੰਦੇ ਹੋਣ, ਸਾਡੀ ਪਿੱਛੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇੱਕ ਮੀਟਿੰਗ ਹੋਈ ਉਹਨਾਂ 23 ਨਵੰਬਰ ਨੂੰ। ਉਸ 23 ਨਵੰਬਰ ਦੀ ਮੀਟਿੰਗ ਦੇ ਵਿੱਚ ਅਸੀਂ ਉੱਥੇ ਦਲੀਲਾਂ ਦਿੱਤੀਆਂ ਵੀ ਅਸੀਂ ਜਿਹੜੇ ਸਭ ਤੋਂ ਲਤਾੜੇ ਹੋਏ ਲੋਕ ਆ, ਮੁੱਖ ਕਾਰਨ ਆ ਸਾਡੇ ਕੋਲ ਆਮਦਨ ਦੇ ਸਾਧਨ ਨਹੀਂ, ਇਸ ਕਰਕੇ ਬਾਹਰੀ ਤੌਰ 'ਤੇ ਸਾਨੂੰ ਕੰਮ ਜਿਹੜਾ ਬਹੁਤ ਘੱਟ ਮਿਲਦਾ, ਤੇ ਸਾਡੀ ਜਿਹੜੇ ਘਰਾਂ ਦੇ ਅੰਦਰ ਇਸ ਕਰਕੇ ਤੰਗੀ ਆ। ਜੇ ਸੱਚੀ ਮੁੱਚੀ ਤੁਸੀਂ ਸਾਡੀ ਜਮਾਤ ਦੇ ਵਿੱਚੋਂ ਆ, ਸਾਡੇ ਭਲੇ ਲਈ ਕੰਮ ਕਰਨਾ ਚਾਹੁੰਦੇ ਆ, ਪੰਜਾਬ ਦੇ ਅੰਦਰ 16 ਲੱਖ ਏਕੜ ਤੋਂ ਵੱਧ ਜ਼ਮੀਨ ਫਾਲਤੂ ਪਈ ਆ, ਉਹ ਜ਼ਮੀਨ ਜਿਹੜੀ ਆ ਗਰੀਬ ਲੋਕਾਂ ਦੇ ਵਿੱਚ ਵੰਡ ਦਿੱਤੀ ਜਾਵੇ, ਬਿਨਾਂ ਜਾਤ ਪਾਤ, ਬਿਨਾਂ ਹੋਰ ਕਿਸੇ ਸ਼ਰਤ ਤੋਂ। ਨਾਲ ਜਿਹੜਾ ਸੀਲਿੰਗ ਐਕਟ ਆ, ਸਾਡਾ ਸੰਵਿਧਾਨ ਕਹਿੰਦਾ 17 ਏਕੜ ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾ। ਜੇ ਉਹ ਵਾਧੂ ਜ਼ਮੀਨ ਲੈ ਕੇ
ਸਾਡੇ ਗਰੀਬ ਲੋਕਾਂ ਦੇ ਵਿੱਚ ਵੰਡ ਦਿੱਤੀ ਜਾਵੇ ਤੇ ਸਾਡਾ ਕਲਿਆਣ ਹੋ ਸਕਦਾ, ਸਾਡੇ ਘਰਾਂ ਦੇ ਅੰਦਰ ਜਿਹੜੀ ਖੁਸ਼ਹਾਲੀ ਆ ਸਕਦੀ ਆ। ਪਰ ਉੱਥੇ ਮੀਟਿੰਗ ਦੇ ਵਿੱਚ ਬੈਠਿਆਂ ਮੁੱਖ ਮੰਤਰੀ ਸਾਹਿਬ ਨੇ ਇਹ ਹੁਕਮ ਕਰ ਦਿੱਤਾ, ਰਿਪੋਰਟ ਲਿਖ ਦਿੱਤੀ ਚਿੱਠੀ, ਪਰ 6 ਘੰਟੇ ਬਾਅਦ ਵਾਪਸ ਲੈ ਲਈ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹ ਕਿੰਨੇ ਕੁ ਸਾਡੇ ਭਲਾਈ ਦਾ ਕੰਮ ਕਰਨਾ ਚਾਹੁੰਦੇ ਆ। ਕੀ ਉਹ ਜਿਹੜੀ 6 ਘੰਟੇ ਬਾਅਦ ਵਾਪਸ ਲੈ ਲਈ, ਉਹ ਚਿੱਠੀ ਦੇ ਵਿੱਚ ਕੀ ਲਿਖਿਆ ਸੀ, ਕੀ ਸੀ ਸੱਚਾਈ ਉਹਦੇ ਵਿੱਚ? ਉਹਨਾਂ ਨੇ ਸਾਡੀਆਂ ਅੱਖਾਂ ਪੂੰਝਣ ਦੇ ਲਈ ਸਾਡੇ ਜਿਹੜੇ ਆਗੂ ਬੈਠੇ ਸੀ ਉਹਨਾਂ ਦੇ ਸਾਹਮਣੇ ਚਿੱਠੀ ਲੈ ਕੇ ਇਹ ਸਾਬਤ ਕਰਨਾ ਚਾਹਿਆ ਵੀ ਮੈਂ ਤੁਹਾਡਾ ਹਿਤੈਸ਼ੀ ਹਾਂ। ਪਰ ਜਦੋਂ ਚਿੱਠੀ ਵਾਪਸ ਲੈ ਲਈ ਫਿਰ ਸਾਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਇਹ ਕਿਹੜੀ ਜਮਾਤ ਦਾ ਨੁਮਾਇੰਦਾ ਆ। ਇਸ ਕਰਕੇ ਸਾਡਾ ਜਿਹੜਾ ਭਰਮ ਭੁਲੇਖਾ ਸੀ ਉਹ ਦੂਰ ਹੋ ਗਿਆ। ਤੇ ਜੇ ਸੱਚੀ ਮੁੱਚੀ ਸਾਡੀ ਉਹ ਮਦਦ ਕਰਨੀ ਚਾਹੁੰਦੇ ਆ, ਇਲੈਕਸ਼ਨ ਤੋਂ ਆ ਜਿਹੜੀ ਪਿਛਲੀ ਇਲੈਕਸ਼ਨ ਹੋਈ ਆ, ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਆ ਤੇ ਇਹਨਾਂ ਦਾ ਹੀ ਕਾਂਗਰਸ ਦਾ ਆਪਣਾ ਮੈਨੀਫੈਸਟੋ ਸੀ, ਜਿਸ ਮੈਨੀਫੈਸਟੋ ਦੇ ਆਧਾਰ ਤੇ ਅੱਜ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਫਿਰ ਲਾਰੇ ਲਾ ਰਹੇ ਆ। ਉਸ ਮੈਨੀਫੈਸਟੋ ਦੇ ਵਿੱਚ ਇਹਨੇ ਲਿਖਿਆ ਸੀ ਵੀ ਗਰੀਬ ਲੋਕਾਂ ਨੂੰ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ, ਸਾਰਾ ਕਰਜ਼ਾ ਇਹਨਾਂ ਦਾ ਹਰ ਤਰ੍ਹਾਂ ਦਾ ਮਾਫ ਕਰਾਂਗੇ, ਜਿਹੜੀ ਪੈਨਸ਼ਨ ਹੈ ਵਧਾ ਕੇ 5000 ਕਰਾਂਗੇ। ਪਰ ਉਹ ਅੱਜ ਕਿਤੇ ਵੀ ਲਾਗੂ ਨਹੀਂ ਕੀਤਾ। ਸਾਡੇ ਨਾਲ ਵੀ ਬਾਰ-ਬਾਰ ਜਿਹੜੀਆਂ ਮੀਟਿੰਗਾਂ ਉਹਨਾਂ ਨੇ ਕੀਤੀਆਂ। ਰੰਧਾਵਾ ਸਾਹਿਬ, ਇਹ ਤੁਸੀਂ ਸਕੀਮਾਂ ਦੀ ਗੱਲ ਕੀਤੀ ਹੈਗੀ ਆ, ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ 2 ਕਿਲੋਵਾਟ ਤੱਕ ਦਾ ਜਿਹੜਾ ਬਿਜਲੀ ਦੇ ਬਿੱਲ ਸਰਕਾਰ ਨੇ, ਮਾਨਯੋਗ ਚੰਨੀ ਸਾਹਿਬ ਨੇ, ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਵੀ ਇਹ ਲੋਕਾਂ ਦੇ ਕੋਲੋਂ ਬਿਜਲੀ ਦੇ ਬਿੱਲ ਦਿੱਤਾ ਨਹੀਂ ਗਿਆ ਭਾਈ, ਤੁਹਾਡਾ ਸਾਰੇ ਤੇ ਕਾਟਾ ਮਾਰ ਦਿੱਤਾ। ਇਹ ਸ਼ਬਦ ਸੀ ਉਹਨਾਂ ਦੇ ਵੀ ਇਹ ਜਿਹੜਾ ਬਿੱਲ ਹੁਣ ਤੁਹਾਨੂੰ ਭਰਨਾ ਨਹੀਂ ਪਏਗਾ, ਸਰਕਾਰ ਦੇਗੀ। ਪਹਿਲਾਂ ਤਾਂ ਇਹਦੇ ਵਿੱਚ ਸੱਚਾਈ ਦੱਸੋ ਵੀ ਲੋਕਾਂ ਦੇ ਮੁਆਫ ਹੋਏ ਜਾਂ ਕਨੈਕਸ਼ਨ ਹੀ ਕੱਟ ਹੋ ਰਹੇ ਆ? ਇਹਦਾ ਜਿੱਡਾ ਵੱਡਾ ਪ੍ਰਚਾਰ ਆ ਉਸ ਪੱਧਰ ਤੇ ਲੋਕਾਂ ਨੂੰ ਉਹਦੀ ਕੋਈ ਫਾਇਦਾ ਨਹੀਂ ਹੋ ਰਿਹਾ। ਅਸੀਂ ਪਿੰਡਾਂ ਜਾਂਦੇ ਹਾਂ, ਕੱਲ੍ਹ ਵੀ ਸਾਡੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਵੀ ਵੱਖ-ਵੱਖ ਪਿੰਡਾਂ ਦੀਆਂ ਫੋਟੋਆਂ ਆਈਆਂ ਵੀ ਜਿਨ੍ਹਾਂ ਦੇ ਮੀਟਰ ਕੱਟੇ ਹੋ ਆ ਅਜੇ ਤੱਕ ਉਹਨਾਂ ਦੇ ਬਹਾਲ ਨਹੀਂ ਕੀਤੇ। ਜੇ ਬਹਾਲ ਕਰਨ ਦੀ ਗੱਲ ਕੀਤੀ ਜਾਂਦੀ ਆ ਤੇ ਬਿਜਲੀ ਮਹਿਕਮੇ ਵਾਲੇ ਇਹ ਕਹਿੰਦੇ ਆ ਵੀ ਸਿਕਿਉਰਿਟੀ ਨਵੇਂ ਸਿਰੇ ਭਰੋ। ਮੀਟਰ ਸਾਡਾ ਪਹਿਲੇ ਅਸੀਂ ਸਿਕਿਉਰਿਟੀ ਦੇ ਕੇ ਲਵਾਇਆ ਸੀ, ਹੁਣ ਕੱਟਿਆ ਸਰਕਾਰ ਨੇ, ਸਾਡੀ ਤੰਗੀ 'ਚ ਬਿੱਲ ਨਹੀਂ ਦੇ ਹੋਇਆ ਤੇ ਹੁਣ ਦੁਬਾਰਾ ਫਿਰ ਉਹਦੀ ਸਿਕਿਉਰਿਟੀ ਮੰਗੀ ਜਾ ਰਹੀ ਆ। ਇਸ ਕਰਕੇ ਜਿਹੜਾ ਵੀ ਚੰਨੀ ਸਾਹਿਬ ਕੋਈ ਕਹਿੰਦੇ ਆ, ਐਲਾਨ ਕਰਦੇ ਆ, ਉਹਦਾ ਦੂਜੇ ਪਾਸੇ ਕੋਈ ਨਾ ਕੋਈ ਚੋਰ ਮਗੋਰੀ ਰੱਖਿਆ ਜਿਹਦੇ ਕਰਕੇ ਲੋਕਾਂ ਨੂੰ ਉਹ ਸਹੂਲਤ ਨਹੀਂ ਮਿਲ ਰਹੀ। ਰੰਧਾਵਾ ਸਾਹਿਬ, ਇੱਕ ਇਹ ਗੱਲ ਹੋਈ ਸੀ ਪਹਿਲਾਂ ਕਿਸਾਨਾਂ ਦੇ ਕਰਜ਼ੇ ਤੇ ਮਾਫ ਕੈਪਟਨ ਸਾਹਿਬ ਦੇ ਵੇਲੇ ਕਰ ਦਿੱਤੇ ਗਏ ਸੀਗੇ। ਚਲੋ ਹਰ ਇੱਕ ਦੇ ਕਰਜ਼ੇ ਮਾਫ ਹੋਣੇ ਚਾਹੀਦੇ, ਹਰ ਇੱਕ ਦਾ ਜਿਹੜਾ ਸੁੱਖ ਦਾ ਸਾਹ ਆਉਣਾ ਚਾਹੀਦਾ, ਸਾਨੂੰ ਨਾਰਾਜ਼ਗੀ ਕੋਈ ਨਹੀਂ ਹੈ। ਪਰ ਆਮ ਲੋਕ, ਬੇਜ਼ਮੀਨੇ ਤੇ ਜਿਹੜੇ ਕਿਰਤੀ ਤੇ ਜਿਹੜੇ ਮਜ਼ਦੂਰ ਹੈਗੇ ਆ, ਉਹਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਸੀ। ਆਖਰ ਤੱਕ ਤੁਸੀਂ ਲੜਾਈ ਵੀ ਲੜਦੇ ਰਹੇ ਤੇ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਉਸ ਵੇਲੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮਜ਼ਦੂਰਾਂ ਦੇ ਕਰਜ਼ੇ ਮਾਫ, ਫੇਰਿਆ ਕਾਟਾ, ਬਾਤ ਪਾੜ ਦਿੱਤੇ ਵਰਕੇ ਤੇ ਹੁਣ ਤੁਹਾਨੂੰ ਕਰਜ਼ਾ ਦੇਣਾ ਨਹੀਂ ਪਊਗਾ, ਇੱਕ ਪੈਸਾ ਸਰਕਾਰ ਦਊਗੀ ਆ। ਉਹਦੇ ਵਿੱਚ ਕੀ ਸੱਚਾਈ ਆ? ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ, ਸਾਡੇ ਜ਼ਿਲ੍ਹੇ ਵਿੱਚ ਤਾਂ ਕਿਸੇ ਦਾ ਕੋਈ ਪੈਸਾ ਜਿਹੜਾ ਮਾਫ ਨਹੀਂ ਹੋਇਆ। ਲੋਕ ਤੜਫ ਰਹੇ ਆ। ਜਦੋਂ ਅਸੀਂ ਵੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਸਵਾਲ ਕਰਕੇ ਲੋਕ ਪੁੱਛਦੇ ਆ ਵੀ ਅਸੀਂ ਲਗਾਤਾਰ ਧਰਨਿਆਂ ਮੁਜ਼ਾਹਰਿਆਂ 'ਚ ਗਏ ਆ ਤੇ ਕਰਜ਼ਾ ਸਾਡਾ ਮਾਫ ਨਹੀਂ ਹੋਇਆ। ਤੇ ਅਸੀਂ ਉਹਨਾਂ ਨੂੰ ਭਰੋਸਾ ਦਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਅੰਦਰ ਜੇ ਕਰਜ਼ੇ ਮਾਫ ਕਰਾਉਣੇ, ਸਾਨੂੰ ਲੜਾਈ ਇਹ ਹੋਰ ਤਿੱਖੀ ਕਰਨੀ ਪੈਣੀ ਆ। ਪਰ ਸਾਡੇ ਗਰੀਬ ਲੋਕਾਂ ਦਾ ਕਰਜ਼ਾ ਕੋਈ ਮਾਫ ਨਹੀਂ ਕੀਤਾ ਅਜੇ ਤੱਕ। ਤੇ ਜੇ ਗਰੀਬਾਂ ਦਾ ਨਹੀਂ ਕੀਤਾ ਤਾਂ ਕੀਤਾ ਕਿਹਨਾਂ ਦਾ ਕੀਤਾ ਹੈਗਾ? ਦੇਖੋ, ਜਿੰਨਾ ਅਖਬਾਰਾਂ ਰਾਹੀਂ ਜਿਹੜਾ ਪ੍ਰਚਾਰ ਆ ਉਹ ਕਹਿੰਦੇ ਕਿਸਾਨਾਂ ਦਾ ਅਸੀਂ ਕੀਤਾ, ਪਰ ਬਹੁਤ ਸਾਰੇ ਗਰੀਬ ਕਿਸਾਨ ਵੀ ਅੱਜ ਤੜਫ ਰਹੇ ਆ ਜਿਨ੍ਹਾਂ ਦਾ ਕਰਜ਼ਾ ਹਜੇ ਤੱਕ ਮਾਫ ਨਹੀਂ ਹੋਇਆ। ਠੀਕ ਹੈ। ਤੇ ਕੀ ਕਹਿਣਾ ਚਾਹੋਗੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ, ਤੇ ਜੇ ਆਪਾਂ ਰੋਡ ਦੇ ਉੱਤੇ ਖੜ ਕੇ ਦੇਖਦੇ ਹਾਂ, ਮੰਨ ਲਓ ਹਾਈਵੇ ਦੇ ਉੱਤੇ ਖੜੇ, ਜਿੰਨੀਆਂ ਸਰਕਾਰੀ ਬੱਸਾਂ ਲੰਘਦੀਆਂ ਨੇ, ਹਰ ਬੱਸ ਦੇ ਸਾਈਡਾਂ ਤੇ ਵੀ ਤਾਂ ਪਿੱਛੇ ਵੀ, ਇਹ ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਕੈਪਟਨ ਦੀ ਮੁੱਛਾਂ ਵਾਲੀ ਫੋਟੋ ਲੱਗੀ ਸੀ, ਹੁਣ ਥੋੜੀ ਜਿਹੀ ਮੁੱਛ ਥੱਲੇ ਵਾਲੀ ਫੋਟੋ ਲੱਗੀ ਆ। ਫਰਕ ਕੋਈ ਨਹੀਂ ਹੈ, ਨਾ ਹੀ ਇਕੱਲਾ ਬਦਲਿਆ। ਬਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀਗਾ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੱਖ-ਵੱਖ ਤਰ੍ਹਾਂ ਤਰੀਕਿਆਂ ਦੇ ਨਾਲ ਕਦੀ ਕੋਈ ਗਰੀਬੜੇ ਜਿਹੇ ਨਾਲ ਫੋਟੋ ਕਰਾਈ ਹੁੰਦੀ, ਕਦੀ ਕਿਸੇ ਗਰੀਬੜੇ ਜਿਹੇ ਨਾਲ ਫੋਟੋ ਕਰਾਈ ਹੁੰਦੀ ਆ। ਆਲੇ ਜੀ ਪਲਾਟ ਦੇ ਦਿੱਤੇ ਆ, ਇੱਥੇ ਹੁਣ ਘਰ ਬਣਾਉਣ, ਸੁੱਖ ਦੀ ਨੀਂਦੇ ਸੌਣ, ਆਪਣੇ ਪਰਿਵਾਰ ਨੂੰ ਲੈ ਕੇ ਬੈਠਣ ਤੇ ਇੱਥੇ ਹੁਣ ਆਪਣਾ ਘਰ ਬਣਾ ਕੇ ਆਰਾਮ ਨਾਲ ਰਹਿ ਸਕਦੇ। ਉਹਨਾਂ ਦੇ ਮੁਤਾਬਕ ਤਾਂ ਇਹ ਆ ਵੀ ਪੰਜਾਬ ਦੇ ਵਿੱਚ
ਹੁਣ ਕੋਈ ਵੀ ਬੇਕਰਾ ਹੈ ਹੀ ਨਹੀਂ ਹੈ। ਕਿਸੇ ਦੇ ਕੋਲ ਕੋਈ ਇਦਾਂ ਦਾ ਨਹੀਂ ਹੈ ਵੀ ਜਿਹੜਾ ਬਾਹਰ ਸੌਂਦਾ ਹੋਊਗਾ ਜਾਂ ਕਿਰਾਏ ਤੇ ਰਹਿੰਦਾ ਹੋਊਗਾ। ਕੀ ਸੱਚਾਈ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਕੀ ਆ ਵੀ ਇਹ ਕਿੰਨੇ ਕੁ ਪਲਾਟ ਲੋਕਾਂ ਨੂੰ ਦੇ ਦਿੱਤੇ ਜਿੱਥੇ ਲੋਕ ਇਸ ਵੇਲੇ ਇੱਟਾਂ ਉੱਟਾਂ ਸਟਾ ਕੇ ਮਿਸਤਰੀ ਲਾਇਓ ਆ ਵੀ ਪਲਾਟਾਂ ਦੇ ਵਿੱਚ ਨੀਆਂ ਨੂਆਂ ਭਰ ਕੇ ਜਿਹੜੇ ਮਕਾਨ ਬਣਾ ਰਹੇ ਆ। ਸੱਚਾਈ ਸਾਰਿਆਂ ਦੇ ਸਾਹਮਣੇ ਆ। ਸਾਡੇ ਜ਼ਿਲ੍ਹੇ ਦੇ ਅੰਦਰ ਇਸਮਾਈਲਪੁਰ ਪਿੰਡ ਦੇ ਅੰਦਰ 1 ਮਹੀਨੇ ਤੋਂ ਸੰਘਰਸ਼ ਚੱਲ ਰਿਹਾ। ਜਦੋਂ ਐਲਾਨ ਕੀਤਾ ਪੰਚਾਇਤ ਕੋਲ ਗਏ ਪਿੰਡ ਦੇ ਲੋਕ, ਮਹਿਤਪੁਰ ਦੇ ਨਜ਼ਦੀਕ ਉਹ ਪਿੰਡ ਆ ਜਿੱਥੇ ਲੋਕਾਂ ਨੇ ਕਿਹਾ ਵੀ ਸਾਨੂੰ ਪਲਾਟ ਦਿਓ, ਸਰਕਾਰ ਨੇ ਐਲਾਨ ਕਰ ਦਿੱਤਾ। ਉਹ ਅੱਜ ਤੱਕ ਨਹੀਂ ਦਿੱਤੇ। ਉੱਥੇ ਖਾਲੀ ਪਈ ਜਗ੍ਹਾ ਦੇ ਵਿੱਚ ਮਜ਼ਦੂਰ ਅੱਤ ਦੀ ਠੰਡ ਵਿੱਚ ਉੱਥੇ ਬੈਠੇ ਆ, ਪਰ ਨਾ ਸਰਕਾਰ ਸੁਣ ਰਹੀ ਆ, ਨਾ ਲੋਕਲ ਪ੍ਰਸ਼ਾਸਨ ਸੁਣ ਰਿਹਾ। ਜ਼ਮੀਨ ਵੀ ਪਈ ਆ, ਉਹਨਾਂ ਦੇ ਅਲਾਟ ਨਹੀਂ ਕੀਤੇ ਜਾ ਰਹੇ ਪਲਾਟ। ਲੋਕ ਉੱਥੇ ਠੰਡ ਦੇ ਵਿੱਚ ਤੰਬੂ ਬਣਾ ਕੇ ਬੈਠੇ ਆ। ਇਹ ਸੱਚਾਈ ਸਾਡੇ ਜ਼ਿਲ੍ਹੇ ਦੀ ਤੇ ਸਾਡੇ ਪੰਜਾਬ ਦੀ ਇਹ ਸੱਚਾਈ ਆ। ਬਿਲਕੁਲ ਜੀ, ਜ਼ਿਲ੍ਹਾ ਜਲੰਧਰ ਦੀ ਇਹ ਸੱਚਾਈ ਦੀ ਇਹ ਗਰਾਊਂਡ ਰਿਐਲਿਟੀ ਜਿਹੜੀ ਰੰਧਾਵਾ ਸਾਹਿਬ ਨੇ ਗੱਲ ਇਹ ਕੀਤੀ ਹੈ। ਤੇ ਮੈਂ ਇੱਥੇ ਥੋੜ੍ਹੀ ਦੇਰ ਦੇ ਵਾਸਤੇ ਆਪਣੀ ਗੱਲ ਨੂੰ ਰੋਕ ਕੇ ਗਰਾਊਂਡ ਰਿਐਲਿਟੀ ਉਸ ਪਿੰਡ ਦੇ ਵਿੱਚ ਤੁਹਾਨੂੰ ਹੁਣੇ ਦੱਸਾਂਗੇ ਕਿ ਕਿਵੇਂ ਲੋਕ ਖਾਲੀ ਜਗ੍ਹਾ ਦੇ ਵਿੱਚ ਤੰਬੂ ਤਾਣ ਕੇ ਬੈਠੇ ਨੇ ਇਕੱਠੇ ਹੋ ਕੇ ਔਰ ਫਰਿਆਦ ਕਰ ਰਹੇ ਨੇ ਸਰਕਾਰ ਦੇ ਅੱਗੇ ਕਿ ਅਸੀਂ ਬੇਜ਼ਮੀਨੇ ਆ, ਅਸੀਂ ਬੇਘਰੇ ਆ, ਸਾਡੇ ਕੋਲ ਘਰ ਹੈ ਨਹੀਂ। ਜੇ ਕਿਤੇ ਮਾੜਾ ਮੋਟਾ ਥਾਂ ਮਿਲ ਜਾਵੇ ਤਾਂ ਅਸੀਂ ਇੱਥੇ ਕੋਈ ਕੋਠਾ ਛੱਤ ਕੇ ਅਸੀਂ ਆਪਣੇ ਘਰ ਵੜਨ ਜੋਗੇ ਹੋ ਜਾਈਏ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਇਹ ਗਰਾਊਂਡ ਰਿਪੋਰਟ। ਪਲਾਟ ਦਿਓ, ਪਲਾਟ ਦਿਓ, ਲੜਦੇ ਲੋਕ ਜਿੰਦਾਬਾਦ, 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 ਦਿਹਾਤੀ ਮਜ਼ਦੂਰ ਸਭਾ ਜਿੰਦਾਬਾਦ, 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 ਲੜਦੇ ਲੋਕ ਜਿੰਦਾਬਾਦ, 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 ਮਜ਼ਦੂਰ ਜਥੇਬੰਦੀਆਂ ਏਕਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਅੱਜ ਅਸੀਂ ਇੱਥੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਚੇਚੇ ਤੌਰ ਤੇ ਇਸ ਕਰਕੇ ਆਪਣੀ ਪੂਰੀ ਟੀਮ ਲੈ ਕੇ ਪਹੁੰਚੇ ਹਾਂ ਵੀ ਮੁਲਾਇਮਪੁਰ ਦੇ ਇਸ ਪਿੰਡ ਦੇ ਸਾਥੀ ਜਿਹੜੇ ਬੜੇ ਲੰਮੇ ਸਮੇਂ ਤੋਂ ਪਲਾਟਾਂ ਦੀ ਮੰਗ ਕਰਦੇ ਸੀ ਤੇ ਸਰਕਾਰ ਨੇ ਵੀ ਕਈ ਵਾਰੀ ਐਲਾਨ ਕੀਤਾ ਪਰ ਉਹਨਾਂ ਦੀ ਸਮੇਂ ਸਿਰ ਵੰਡ ਨਹੀਂ ਕੀਤੀ। ਇਸ ਕਰਕੇ ਪਹਿਲੀ ਪੰਚਾਇਤ ਨੇ ਜਿਹੜਾ ਇੱਥੇ ਜਗ੍ਹਾ ਪਲਾਟਾਂ ਦੇ ਲਈ ਖਾਲੀ ਛੱਡੀ ਹੋ ਸੀ ਤੇ ਉੱਥੇ ਮਜ਼ਦੂਰ ਆਪਣੇ ਆ ਕੇ ਧਰਨਾ ਲਾ ਕੇ ਬੈਠੇ ਆ, ਮੰਗ ਕਰ ਰਹੇ ਆ ਵੀ ਇਹਦੀ ਠੀਕ ਢੰਗ ਨਾਲ ਜਿਹੜੀ ਆ ਵੰਡ ਜਲਦੀ ਕੀਤੀ ਜਾਵੇ ਤਾਂ ਅਸੀਂ ਆਪਣੀਆਂ ਉਸਾਰੀਆਂ ਕਰਕੇ ਠੰਡ ਤੋਂ ਬਚਣ ਦੇ ਲਈ ਆਪਣੇ ਬੱਚਿਆਂ ਨੂੰ ਲੈ ਕੇ ਉਸ ਰਹਿਣ ਬਸੇਰੇ ਦੇ ਵਿੱਚ ਅਸੀਂ ਆਪਣਾ ਵਸੇਬਾ ਜਿਹੜਾ ਕਰ ਸਕੀਏ। ਹੁਣੇ ਤੁਸੀਂ ਇਹ ਜੋ ਗਰਾਊਂਡ ਰਿਐਲਿਟੀ ਜ਼ਮੀਨੀ ਪੱਧਰ ਤੇ ਸੱਚਾਈ ਕੀ ਹੈ, ਜ਼ਿਲ੍ਹਾ ਜਲੰਧਰ ਤੇ ਮਹਿਤਪੁਰ ਦੇ ਨੇੜੇ ਇਸਮਾਈਲਪੁਰ ਦਾ ਇਹ ਰਿਪੋਰਟ ਦੇਖੀ ਹੈ ਜਿੱਥੇ ਲੋਕ ਤੰਬੂ ਤਾਣ ਕੇ ਅੱਤ ਦੀ ਠੰਡ ਦੇ ਵਿੱਚ ਦਸੰਬਰ ਦਾ ਆਖਰ ਮਹੀਨਾ ਪੋਹ ਮਹੀਨਾ ਚੱਲਦਾ, ਕੋਰੇ ਪੈ ਰਹੇ ਨੇ, ਧੁੰਦ ਪੈ ਰਹੀ ਆ, ਅੱਤ ਦੀ ਠੰਡ ਹੈ ਤੇ ਲੋਕ ਉੱਥੇ ਇਕੱਠੇ ਹੋ ਕੇ ਬੈਠੇ ਨੇ। ਇਹ ਪੰਜਾਬ ਦੇ ਵਿੱਚ ਜੋ ਅੱਜ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ, ਇਹ ਸਰਕਾਰ ਦੇ ਵੇਲੇ ਵੀ ਸਰਕਾਰ ਤੋਂ ਇਹ ਸਧਾਰਨ ਗਰੀਬ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਕਿਹਾ ਜਾ ਰਿਹਾ ਮਾਣਯੋਗ ਮੁੱਖ ਮੰਤਰੀ ਦੇ ਵੱਲੋਂ ਕਿ ਮੈਂ ਇਹਨਾਂ ਸਧਾਰਨ ਪਰਿਵਾਰਾਂ ਦੇ ਵਿੱਚੋਂ ਪੈਦਾ ਹੋ ਕੇ ਇੱਥੇ ਤੱਕ ਪਹੁੰਚਿਆ, ਉਹਦੇ ਹੀ ਪਰਿਵਾਰ ਦੇ ਲੋਕ, ਉਹਦੇ ਹੀ ਸਮਾਜ ਦੇ ਲੋਕ, ਉਹਦੇ ਹੀ ਲਤਾੜੇ ਹੋਏ ਲੋਕ ਇਹ ਅੱਜ ਅੱਤ ਦੀ ਠੰਡ ਦੇ ਵਿੱਚ ਤੰਬੂ ਤਾਣ ਕੇ ਇਸ ਵੇਲੇ ਬੈਠੇ ਨੇ। ਤੁਸੀਂ ਦੁਨੀਆ ਭਰ ਦੇ ਵਿੱਚ ਇਸ ਵੇਲੇ ਕਾਂਛੀ ਟੀਵੀ ਦੀ ਸਕਰੀਨ ਤੋਂ ਇਹ ਸੱਚਾਈ ਜਿਹੜੀ ਪੰਜਾਬ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਲੋਕ ਸਰਕਾਰੀ ਥਾਂ ਦੇ ਉੱਤੇ ਤੰਬੂ ਤਾਣ ਕੇ ਬੇਘਰੇ ਬੇਜ਼ਮੀਨੇ ਬਿਨਾਂ ਮਕਾਨ ਵਾਲੇ ਲੋਕ ਜਿਹੜੇ ਬੈਠੇ ਨੇ ਔਰ ਲੇਲੜੀਆਂ ਕੱਢ ਰਹੇ ਨੇ, ਸਰਕਾਰ ਦੇ ਕੋਲ ਤਰਲੇ ਕਰ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਮੀਡੀਆ ਦੇ ਵਿੱਚ, ਤੁਸੀਂ ਵਾਅਦੇ ਵੀ ਕੀਤੇ ਨੇ ਕਿ ਜਿਹੜੇ ਜਿਨ੍ਹਾਂ ਕੋਲ ਘਰ ਨਹੀਂ ਹੈ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ ਤੇ ਲੋਕ ਆਪਣਾ ਘਰ ਬਣਾ ਲੈਣਗੇ। ਇਹ ਸੱਚਾਈ ਜਿਹੜੀ ਤੁਸੀਂ ਹੁਣੇ ਦੇਖੀ ਹੈ, ਜਿਹੜੀਆਂ ਵੀਡੀਓ ਕਲਿੱਪ ਤੁਹਾਨੂੰ ਦਿਖਾਏ ਨੇ, ਇਸਮਾਈਲਪੁਰ ਦੇ ਜ਼ਿਲ੍ਹਾ ਜਲੰਧਰ ਤੇ ਮਹਿਤਪੁਰ ਦੇ ਨੇੜੇ ਇਹ ਪਿੰਡ ਹੈ ਤੇ ਜਿੱਥੇ ਲੋਕ ਅੱਜ ਵੀ ਮੋਰਚਾ ਲਾ ਕੇ ਬੈਠੇ ਨੇ ਕਿ ਸਰਕਾਰ ਮੂਹਰੇ ਤਰਲੇ ਕਰ ਰਹੇ ਨੇ ਕਿ ਸਾਡੀ ਸੁਣੋ ਭਾਈ, ਕਿ ਸਾਨੂੰ ਰਹਿਣੇ ਜੋਗਾ ਥਾਂ ਦੇ ਦਿਓ, ਜਾਂ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ, ਦੁਨੀਆ ਭਰ ਦੇ ਵਿੱਚ ਇਹ ਨਾ ਕਹੋ ਕਿ ਅਸੀਂ ਮਕਾਨਾਂ ਦੇ ਵਾਸਤੇ ਪਲਾਟ ਦੇ ਦਿੱਤੇ ਨੇ, ਦੇ ਰਹੇ ਹਾਂ। ਸੱਚਾਈ ਇਹ ਆ। ਬਾਕੀ ਦੀ ਸੱਚਾਈ ਜਿਹੜੀ ਇਹ ਪਲਾਟਾਂ ਵਾਲੀ ਗੱਲ ਹੈ, ਆਪਾਂ ਰੰਧਾਵਾ ਸਾਹਿਬ ਤੋਂ ਪੁੱਛਦੇ ਹਾਂ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਹੁਣ ਤੱਕ ਇਹ ਨਵਾਂ ਸਾਲ ਚੜ੍ਹਨ ਵਾਲਾ ਇੱਕ ਅੱਧੇ ਦਿਨ ਦੇ ਵਿੱਚ ਤੇ ਹਜੇ ਤੱਕ ਕਿੰਨੇ ਪਲਾਟ ਜ਼ਿਲ੍ਹਾ ਜਲੰਧਰ ਦੇ ਵਿੱਚ ਗਰੀਬ ਲੋਕਾਂ ਨੂੰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ? ਆਪਾਂ ਰੰਧਾਵਾ ਸਾਹਿਬ ਨੂੰ ਪੁੱਛਦੇ ਹਾਂ। ਹਾਂਜੀ ਜੀ, ਕਿੰਨੇ ਕੁ ਪਲਾਟ ਹੁਣ ਤੱਕ ਦਿੱਤੇ ਗਏ ਨੇ? ਜ਼ਿਲ੍ਹਾ ਜਲੰਧਰ ਦੀ ਰਿਪੋਰਟ ਤੁਹਾਡੇ ਕੋਲ ਹੈ ਜੀ। ਜ਼ਿਲ੍ਹਾ ਜਲੰਧਰ ਦੀ ਰਿਪੋਰਟ ਤਾਂ ਇਹ ਹੈ ਜੀ, ਨਵੇਂ ਪਲਾਟ ਤਾਂ ਸਰਕਾਰ ਨੇ ਕੀ ਦੇਣੇ ਸੀ, ਜਿਹੜੇ ਪੁਰਾਣੇ
76 ਦੇ ਅੰਦਰ ਪਲਾਟ ਕੱਟੇ ਸੀ ਉਹਨਾਂ ਦੇ ਵੀ ਹਜੇ ਤੱਕ ਕਬਜ਼ੇ ਨਹੀਂ ਮਿਲੇ। ਜਿਹੜੇ ਮੈਂ ਪਿੰਡਾਂ ਦੇ ਨਾਂ ਗਿਣਾ ਸਕਦਾ, ਜੇ ਅਸੀਂ ਪਿੰਡ ਪੁਆਧੜ ਦੀ ਗੱਲ ਕਰ ਲਈਏ, 76 ਦੇ ਇੰਦਰਾ ਆਵਾਸ ਯੋਜਨਾ ਤਹਿਤ ਪਲਾਟ ਕੱਟੇ ਸੀ, ਉਹਨਾਂ ਦਾ ਅਜੇ ਤੱਕ ਗਰੀਬ ਲੋਕਾਂ ਨੂੰ ਕਬਜ਼ਾ ਨਹੀਂ ਮਿਲਿਆ। ਇਸੇ ਤਰ੍ਹਾਂ ਪਿੰਡ ਮਹਿਸਮਪੁਰ ਤੁਸੀਂ ਫਲੋਰ ਦੇ ਅੰਦਰ ਜਿੱਥੇ ਪਲਾਟ ਕੱਟੇ ਆ, ਉਹਨਾਂ ਦਾ ਅਜੇ ਤੱਕ ਕਬਜ਼ਾ ਨਹੀਂ ਮਿਲਿਆ, ਨਾ ਉਹਨਾਂ ਨੂੰ ਕੋਈ ਰਸਤਾ ਛੱਡਿਆ ਗਿਆ। ਇਸੇ ਤਰ੍ਹਾਂ ਪਿੰਡ ਸੰਘ ਢੇਸੀਆਂ ਦੇ ਅੰਦਰ ਪਲਾਟ ਕੱਟੇ ਹੋਏ, ਉਹਨਾਂ ਦਾ ਗਰੀਬ ਲੋਕਾਂ ਨੂੰ ਕਬਜ਼ਾ ਨਹੀਂ ਮਿਲਿਆ। ਪਿੰਡ ਮਸਾਣੀ ਦੇ ਅੰਦਰ 80 ਦੇ ਕਰੀਬ ਪਲਾਟ ਕਾਗਜ਼ਾਂ ਵਿੱਚ ਕੱਟੇ ਆ, ਪਰ ਉਹ ਗਰੀਬ ਆਦਮੀ ਕਿਸੇ ਨੂੰ ਅਜੇ ਤੱਕ ਵੀ ਉਹਦੀ ਅਲਾਟਮੈਂਟ ਨਹੀਂ ਹੋਈ, ਉਹਨਾਂ ਦਾ ਕਬਜ਼ਾ ਨਹੀਂ ਮਿਲਿਆ। ਇਹ ਹਾਲਾਤ ਹੈ ਸਾਡੇ ਜ਼ਿਲ੍ਹਾ ਜਲੰਧਰ ਦੇ। ਤੁਸੀਂ ਤਾਂ ਨਵਿਆਂ ਦੀ ਗੱਲ ਕਰਦੇ ਆ, ਪੁਰਾਣੇ ਵੀ ਹਜੇ ਤੱਕ ਉਹਨਾਂ ਨੂੰ ਨਹੀਂ ਦਿੱਤੇ। ਬਿਲਕੁਲ ਜੀ, ਰੰਧਾਵਾ ਸਾਹਿਬ ਨੇ ਜਿਹੜੇ ਪਿੰਡਾਂ ਦੇ ਨਾਮ ਲਏ, ਇਹਨਾਂ ਦੇ ਪਿੰਡਾਂ ਤੋਂ ਇਲਾਵਾ ਹੋਰ ਪਿੰਡ ਵੀ ਨੇ। ਚੱਕ ਸਾਬੂ ਦੇ ਵਿੱਚ 143 ਇਦਾਂ ਦੇ ਪਲਾਟ ਨੇ ਜਿਹੜੇ ਉਸ ਵੇਲੇ ਕੱਟੇ ਗਏ ਸੀ। ਅਜੇ ਤੱਕ ਵੀ ਉਹ ਲਾਭਪਾਤਰੀਆਂ ਨੂੰ ਉਹਨਾਂ ਆਪਣਾ ਕਬਜ਼ਾ ਨਹੀਂ ਮਿਲ ਸਕਿਆ। ਸਰਕਾਰ ਨੇ ਨਵੇਂ ਕੀ ਦੇਣੇ ਹੈਗੇ ਨੇ। ਸੱਚਾਈ ਜਿਹੜੀ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਉਹ ਲੋਕਾਂ ਤੇ ਪ੍ਰਭਾਵ ਜਿਹੜਾ ਜਾ ਰਿਹਾ, ਉਹਦੇ ਨਾਲ ਇਦਾਂ ਲੱਗਦਾ ਵੀ ਸ਼ਾਇਦ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਮ ਲੋਕ ਤੇ ਸਧਾਰਨ ਲੋਕਾਂ ਦਾ ਬੇੜਾ ਪਾਰ ਲਾ ਦੇਣਾ, ਪਰ ਸੱਚਾਈ ਕੁਝ ਹੋਰ ਹੈ। ਕੀ ਕਹਿਣਾ ਚਾਹੋਗੇ ਰੰਧਾਵਾ ਸਾਹਿਬ ਵੀ ਇਹ ਕਾਂਗਰਸ ਦੀ ਕੀ ਨੀਤੀ ਸੀ, ਕੀ ਪਾਲਿਸੀ ਸੀ ਕਿ ਅਖੀਰਲੇ 3 ਮਹੀਨਿਆਂ ਦੇ ਵਾਸਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਬਦਲ ਦੋ, ਸ਼ਾਇਦ ਲੋਕਾਂ ਦਾ ਭਟਕਿਆ ਹੋਇਆ ਧਿਆਨ ਕਾਂਗਰਸ ਵੱਲ ਨੂੰ ਕੇਂਦਰਿਤ ਹੋ ਜਾਏਗਾ। ਕੀ ਕਹਿਣਾ ਚਾਹੋਗੇ ਇਹਦੇ ਲਈ ਤੁਸੀਂ? ਦੇਖੋ, ਸਰਕਾਰਾਂ ਜਦੋਂ ਵੀ ਇਲੈਕਸ਼ਨਾਂ ਆਉਣੀਆਂ, ਸਾਰੀਆਂ ਹੀ ਜਿਹੜੀਆਂ ਕਾਰਪੋਰੇਟ ਪੱਖੀ ਪਾਰਟੀਆਂ ਆ, ਉਹ ਆਪੋ ਆਪਣੇ ਢੰਗ ਤਰੀਕੇ ਲੱਭਦੀਆਂ। ਕਿਉਂਕਿ ਜੇ ਪੰਜਾਬ ਦੇ ਅੰਦਰ ਗੱਲ ਕਰੀਏ ਇਲੈਕਸ਼ਨਾਂ ਤੋਂ ਪਹਿਲਾਂ, ਸਾਰੀਆਂ ਹੀ ਵੱਖ-ਵੱਖ ਪਾਰਟੀਆਂ, ਜਿਵੇਂ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ, ਬਸਪਾ ਦੇ ਨਾਲ ਜਿਹਨੇ ਗੱਠਜੋੜ ਕੀਤਾ, ਉਹਨਾਂ ਦੇ ਆਗੂ ਸੁਖਬੀਰ ਬਾਦਲ ਇਹ ਕਹਿਣ ਸੀ ਅਸੀਂ ਜਿਹੜਾ ਉਪ ਮੁੱਖ ਮੰਤਰੀ ਆ ਦਲਿਤਾਂ 'ਚੋਂ ਬਣਾਉਣਾ। ਇਸੇ ਤਰ੍ਹਾਂ ਜਿਹੜੇ ਆਪ ਵਾਲੇ ਸੀ ਉਹ ਕਹਿਣ ਲੱਗ ਪਏ ਵੀ ਅਸੀਂ ਮੁੱਖ ਮੰਤਰੀ ਪੰਜਾਬ ਦੇ ਅੰਦਰ ਦਲਿਤਾਂ 'ਚੋਂ ਬਣਾਉਣਾ। ਇਹ ਸਾਰਾ ਵੋਟ ਬੈਂਕ ਜਿਹੜਾ ਆਪੋ ਆਪਣੇ ਵੱਲ ਖਿੱਚਣ ਦੇ ਲਈ ਕਹਿ ਰਿਹਾ ਸੀ, ਪਰ ਕਾਂਗਰਸ ਨੇ ਉਦੋਂ ਵੱਡੀ ਬਾਜੀ ਮਾਰਤੀ। ਉਹਨਾਂ ਨੇ ਕੈਪਟਨ ਸਾਹਿਬ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਬਣਾਤਾ ਵੋਟਰਾਂ ਨੂੰ ਭਰਮਾਉਣ ਦੇ ਲਈ ਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ। ਚੰਨੀ ਤੇ ਕੈਪਟਨ ਦੀ ਨੀਤੀ 'ਚ ਕੋਈ ਫਰਕ ਨਹੀਂ, ਨੀਤੀ ਉਹੀ ਆ। ਕੀ ਲੱਗਦਾ ਕਿ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ 18-20 ਵਾਰੀ ਵਿਧਾਨ ਸਭਾ ਦੀਆਂ ਚੋਣਾਂ ਪੈ ਕੇ ਪੰਜਾਬ ਦੀਆਂ ਸਰਕਾਰਾਂ ਬਣੀਆਂ ਨੇ। 2022 ਦੇ ਵਿੱਚ ਜਿਹੜਾ ਹੁਣ ਇਲੈਕਸ਼ਨ ਜਿਹੜੀ ਹੈ, ਚੋਣਾਂ ਜਿਹੜੀਆਂ ਉਹ ਮਹੀਨਾ ਡੇਢ ਮਹੀਨਾ ਬਾਕੀ ਹੈ। ਬਿਲਕੁਲ ਲੱਗਦਾ ਕਿ ਜਿੱਦਾਂ ਲੋਕਾਂ ਨੂੰ ਚਾਅ ਚੜਿਆ, ਹਰ ਚੋਣਾਂ ਦੇ ਵਾਂਗ ਐਤਕੀ ਫੇਰ ਚਾਅ ਚੜਿਆ ਆਮ ਲੋਕਾਂ ਨੂੰ ਜਿਹੜੇ ਸਧਾਰਨ ਹੈਗੇ ਨੇ ਵੀ ਐਤਕੀ ਭਾਈ ਅਕਾਲੀ ਲਾ ਦੇਣੇ, ਕਾਂਗਰਸ ਲੈ ਆਉਣੀ ਆ। ਜਦੋਂ ਕਾਂਗਰਸ ਦੇ 2 ਸਾਲ ਲੰਘਦੇ ਫਿਰ ਇਹ ਤੋਂ ਵੀ ਅੱਕ ਜਾਂਦੇ ਨੇ ਲੋਕ, ਕਾਂਗਰਸ ਲਾ ਦੇਣੀ ਆ, ਅਕਾਲੀ ਲੈ ਆਉਣੇ ਆ। ਐਤਕੀ ਤੇ ਚਲੋ ਅਕਾਲੀ ਵਾਲਿਆਂ ਨਾਲ ਹੱਥੀ ਜੋੜ ਕੇ ਇਹ ਗੱਠ ਜੋੜ ਲੈ ਆਉਣਾ। ਤੇ ਜਾਂ ਆਪ ਵਾਲੇ ਜਿਹੜੇ ਉਹ ਵੀ ਵਿੱਚ ਕਿਤੇ ਨਾ ਕਿਤੇ ਉਹ ਆਪਣੀ ਜਿਹੜੀ ਆ ਉਹ ਜ਼ੋਰ ਅਜ਼ਮਾਈ ਕਰ ਰਹੇ ਨੇ। ਉਹ ਵੀ ਕਹਿ ਰਹੇ ਨੇ ਵੀ ਸਾਡੀ ਸਰਕਾਰ ਬਣਾਓ, ਅਸੀਂ ਕਲਿਆਣ ਕਰਾਂਗੇ। ਜਾਂ ਹੋਰ ਵੀ ਤਰ੍ਹਾਂ ਹੈਗੀਆਂ, ਕੁਝ ਸਾਂਝੇ ਤੌਰ ਤੇ ਵੀ ਲੜ ਸਕਦੀਆਂ। ਕਿਸਾਨ ਜਿਹੜਾ ਸੰਘਰਸ਼ ਕਰਦਾ ਸੀਗਾ, ਸੰਯੁਕਤ ਕਿਸਾਨ ਮੋਰਚਾ, ਉਹ ਵੀ ਕਹਿ ਰਹੇ ਨੇ ਅਸੀਂ ਵੀ ਆਪਣਾ ਕੁਝ ਨਾ ਕੁਝ ਰੰਗ ਦਿਖਾਣਾ। ਕੀ ਕਹਿਣਾ ਚਾਹੋਗੇ? ਜੋ ਸੰਕਲਪ ਸਾਡੇ ਗੁਰੂ ਸਾਹਿਬਾਨਾਂ ਦਾ ਸੀ, ਜੋ ਉਹਨਾਂ ਦਾ ਨਾਰਾ ਸੀ ਕਿ ਇਲੈਕਸ਼ਨ, ਸਰਕਾਰਾਂ ਬਦਲਣੀਆਂ, ਚੋਣਾਂ ਦੇ ਨਾਲ ਕੋਈ ਤਬਦੀਲੀ ਆਏਗੀ ਜਾਂ ਸਮਾਜ ਦੇ ਵਿੱਚ ਇਹੀ ਹਾਲਾਤ ਰਹਿਣਗੇ, ਇਕੱਲੀ ਸਰਕਾਰਾਂ 'ਚ ਹੀ ਤਬਦੀਲੀ ਆਏਗੀ? ਇਹਦੇ 'ਚ ਵੱਡੇ ਪੱਧਰ 'ਤੇ ਸਰਕਾਰਾਂ 'ਚ ਹੀ ਤਬਦੀਲੀ ਆਉਣੀ ਆ। ਜਿਹੜਾ ਸੁਪਨਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲਿਆ ਸੀ, ਸਮਾਜਵਾਦੀ ਨਾਰਾ, ਸਮਾਜਵਾਦੀ ਸੁਪਨਾ, ਪਰ ਅੱਜ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਵੀ ਰਾਜ ਭਾਗ 'ਤੇ ਪਾਰਟੀਆਂ ਆ ਕੇ ਬੈਠਦੀਆਂ, ਸਰਕਾਰਾਂ ਬਣਦੀਆਂ, ਉਹ ਸਮਾਜਵਾਦੀ ਪੱਖੀ ਨਹੀਂ, ਲੋਕ ਪੱਖੀ ਨਹੀਂ, ਉਹ ਕਾਰਪੋਰੇਟ ਘਰਾਣਿਆਂ ਪੱਖੀ ਆ ਜਿਹੜੀਆਂ ਉਹ ਨੀਤੀਆਂ ਲਿਆਉਂਦੇ, ਜਿਹਦੇ ਕਾਰਨ ਅੱਜ ਸਾਡੇ ਦੇਸ਼ ਦੇ ਅੰਦਰ ਗਰੀਬੀ, ਭੁੱਖਮਰੀ, ਕੰਗਾਲੀ ਜਿਹੜੀ ਲਗਾਤਾਰ ਵੱਧ ਰਹੀ ਆ। ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਅੰਦਰ ਇੰਡਸਟਰੀ ਜਿਹੜੀ ਆ ਉਹ ਲਗਾਤਾਰ ਘਟ ਰਹੀ ਆ। ਤੇ ਜਦੋਂ ਇੰਡਸਟਰੀ ਨਹੀਂ ਰਹਿਣੀ ਤੇ ਲੋਕਾਂ ਦੇ ਜਿਹੜੇ ਆ ਹੱਥਾਂ ਦਾ ਕੰਮ ਜਿਹੜਾ ਖੁੱਸ ਜਾਣਾ। ਬਹੁਤ ਸਾਰੇ ਵੱਡੇ ਸ਼ਹਿਰ ਐਸੇ ਆ ਜਿੱਥੋਂ ਇੰਡਸਟਰੀ ਸ਼ਿਫਟ ਹੋ ਗਈ ਦੂਜੀਆਂ ਸਟੇਟਾਂ ਨੂੰ। ਇਹ ਨੀਤੀਆਂ ਕਰਕੇ ਹੀ ਹੋਇਆ, ਕਾਂਗਰਸ ਦੀ ਨੀਤੀ ਚਾਹੇ ਉਹ ਬਾਦਲਕਿਆਂ ਦੀ ਨੀਤੀ, ਉਹਦੇ ਕਾਰਨ ਹੀ ਇਹ ਜਿਹੜੀ ਇੱਥੋਂ ਇੰਡਸਟਰੀ ਸ਼ਿਫਟ ਕਰਕੇ ਜਾ ਰਹੇ, ਜਿਹਦੇ ਕਾਰਨ ਸਾਡੇ ਕੰਮ ਦੇ ਸੋਰਸ ਘਟ ਰਹੇ ਆ। ਜਦੋਂ ਕੰਮ ਦੇ ਸੋਰਸ ਨਹੀਂ ਹੋਣੇ, ਸਾਡੇ ਕੋਲ ਪੈਸਾ ਨਹੀਂ ਆਉਣਾ, ਤੇ ਫਿਰ ਸਾਡੇ ਘਰਾਂ 'ਚ ਜਿਹੜੀ ਗਰੀਬੀ ਤੇ ਕੰਗਾਲੀ ਹੋਰ ਵਧਣੀ ਆ। ਰੰਧਾਵਾ ਸਾਹਿਬ, ਆਪਾਂ ਗੱਲ ਕੀਤੀ ਹੈ ਵੀ ਸਰਕਾਰਾਂ ਬਦਲਣਾ, ਤਬਦੀਲੀ ਨਹੀਂ ਆਉਣੀ।
ਇਹ 2022 ਦੀਆਂ ਚੋਣਾਂ ਨੇ ਕੋਈ ਨਵਾਂ ਚੰਦ ਨਹੀਂ ਚਾੜ ਦੇਣਾ। ਤੇ ਬਿਲਕੁਲ। ਫਿਰ ਹੱਲ ਕੀ ਹੈ? ਕਿਵੇਂ ਸਮਾਜ ਦੇ ਵਿੱਚ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਕਿਵੇਂ ਸਰੰਗੀ ਆਏਗੀ, ਕਿਵੇਂ ਉਹਨਾਂ ਦੇ ਘਰਾਂ ਦੇ ਵਿੱਚ ਤਬਦੀਲੀ ਆਏਗੀ, ਕਿਵੇਂ ਆਮ ਤੇ ਸਧਾਰਨ ਲੋਕਾਂ ਦੇ ਬੱਚੇ ਪੜ੍ਹ ਲਿਖ ਕੇ ਅਫਸਰ ਬਣਨਗੇ, ਕਿਵੇਂ ਜੇ ਇਸ ਘਰਾਂ ਦੇ ਵਿੱਚ ਅੱਜ ਵੀ ਤੁਸੀਂ ਗੱਲ ਕੀਤੀ ਆ ਕਿ ਦਰਵਾਜ਼ੇ ਤੱਕੀਆਂ ਹੈ ਨਹੀਂ, ਕਿ ਕਿਵੇਂ ਉਹ ਥੋੜਾ ਜਿਹਾ ਬਾਹਰੋਂ ਠਰੂ ਹਵਾ ਤੋਂ ਬਚਾਅ ਹੋ ਜਾਏਗਾ, ਕਿਵੇਂ ਜਿਹੜੇ ਅੱਜ ਵੀ ਪਲਾਟਾਂ ਤੋਂ ਬਗੈਰ ਜਿਹੜੇ ਲੋਕ ਝੁੱਗੀਆਂ ਬਣਾ ਕੇ ਤੰਬੂ ਤਾਣ ਕੇ ਜਿਹੜਾ ਮੋਰਚਾ ਲਾ ਕੇ ਬੈਠੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਨਾ ਕਰਨਾ ਪਵੇ। ਕੀ ਕੀਤਾ ਜਾਵੇ, ਕਿਹੜੇ ਇਦਾਂ ਦਾ ਜਿਹਦੇ ਨਾਲ ਸਾਡੇ ਸ਼ਹੀਦਾਂ ਦਾ ਸੁਪਨਾ ਪੂਰਾ ਹੋ ਜਾਵੇ, ਬਰਾਬਰਤਾ ਵਾਲਾ ਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਪੂਰਾ ਹੋਵੇ। ਕੀ ਕਰਨਾ ਚਾਹੀਦਾ ਆਮ ਤੇ ਸਧਾਰਨ ਲੋਕਾਂ ਨੂੰ? ਕਿਹੜੇ ਰਸਤੇ ਤੁਰਨਾ ਚਾਹੀਦਾ? ਕੀ ਕਰਨ ਲੋਕ? ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਜੀ, ਉਹਨਾਂ ਨੇ ਬੜੇ ਸਾਫ਼ ਸ਼ਬਦਾਂ 'ਚ ਕਿਹਾ ਵੀ ਪੜ੍ਹੋ ਲਿਖੋ ਤੇ ਸੰਘਰਸ਼ ਕਰੋ। ਤੇ ਸੰਘਰਸ਼ ਤੋਂ ਬਿਨਾਂ ਇੱਥੇ ਕੋਈ ਤਬਦੀਲੀ ਨਹੀਂ ਆਉਣੀ। ਜਿਵੇਂ ਸਾਡੇ ਸਾਹਮਣੇ ਮੌਜੂਦਾ ਸਮੇਂ ਦੇ ਅੰਦਰ ਐਗਜ਼ਾਮਪਲ ਆ, ਸਾਡੇ ਸਾਹਮਣੇ ਮਿਸਾਲ ਆ, ਕਿਸਾਨਾਂ 'ਤੇ ਜਦੋਂ ਹੱਲਾ ਬੋਲਿਆ ਸੈਂਟਰ ਦੀ ਸਰਕਾਰ ਨੇ, ਉਹਨਾਂ ਨੇ ਇਕੱਠੇ ਹੋ ਕੇ ਦਿੱਲੀ ਦੀਆਂ ਬਰੂਹਾਂ 'ਤੇ ਮੋਰਚਾ ਲਾਇਆ। ਆਖਰ ਸਰਕਾਰ ਨੂੰ ਝੁੱਕ ਕੇ ਉਹ ਤਿੰਨੇ ਜਿਹੜੇ ਕਾਲੇ ਕਾਨੂੰਨ ਸੀ ਵਾਪਸ ਲੈਣੇ ਪਏ। ਇਹ ਸੰਘਰਸ਼ ਦਾ ਹੀ ਸਿੱਟਾ ਸੀ। ਇੱਥੋਂ ਅਸੀਂ ਦੇਖ ਸਕਦੇ ਹਾਂ ਵੀ ਵੋਟਾਂ ਤੋਂ ਬਿਨਾਂ ਵੀ ਤਬਦੀਲੀ ਜਿਹੜੀ ਲਿਆਂਦੀ ਜਾ ਸਕਦੀ, ਸਭ ਕੁਝ ਵੋਟਾਂ ਨਾਲ ਹੀ ਨਹੀਂ। ਇਹ ਠੀਕ ਆ, ਸਾਨੂੰ ਵੋਟ ਦਾ ਅਧਿਕਾਰ ਮਿਲਿਆ ਸੀ, ਬੜੀ ਮਿਹਨਤ ਕੀਤੀ ਸਾਡੇ ਰਹਿਬਰਾਂ ਨੇ। ਅਸੀਂ ਜਿਵੇਂ ਗੱਲ ਕਰ ਲਈਏ ਬਾਬਾ ਸਾਹਿਬ ਅੰਬੇਡਕਰ, ਮੰਗੂ ਰਾਮ ਮੋਗੋਵਾਲੀਆ ਤੇ ਮਾਣ ਸਨਮਾਨ ਦੀ ਲੜਾਈ ਲੜੀ ਪੇਰੀਅਨ ਸਾਹਿਬ ਨੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ, ਜਿਹੜੇ ਸਾਡੇ ਸਮਾਜ ਨੂੰ ਉੱਪਰ ਚੱਕਣ ਲਈ ਲੜਾਈ ਲੜਦੇ ਰਹੇ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਪਰ ਜੇ ਅਸੀਂ ਇਹਨਾਂ ਸਰਕਾਰਾਂ ਕੋਲੋਂ, ਪੂੰਜੀਵਾਦੀ ਸਰਕਾਰਾਂ ਕੋਲੋਂ ਕੋਈ ਆਸ ਰੱਖੀਏ ਵੀ ਸਾਡੇ ਘਰਾਂ ਦੇ ਵਿੱਚ ਕੋਈ ਤਬਦੀਲੀ ਆਊ, ਸਮਾਜ ਦੇ ਵਿੱਚ ਤਬਦੀਲੀ ਆਊ, ਇਹਨਾਂ ਦੀਆਂ ਨੀਤੀਆਂ ਦੇ ਮੁਤਾਬਕ ਤਬਦੀਲੀ ਨਹੀਂ ਆਉਣੀ। ਸਾਨੂੰ ਆਪ ਹੀ ਉਪਰਾਲਾ ਕਰਨਾ ਪੈਣਾ। ਆਪ ਹੀ ਉਪਰਾਲਾ ਕਰਨਾ ਪੈਣਾ। ਤੇ ਜਿਹੜੀਆਂ ਸਰਕਾਰਾਂ, ਜਿਹੜੇ ਪਿਛਲੀ ਵਾਰ MLA ਬਣਾਏ ਹੁੰਦੇ ਲੋਕਾਂ ਨੇ, ਉਹਨਾਂ ਨੇ ਹੁਣ ਜਦੋਂ ਸਾਬਕਾ ਹੋ ਜਾਣਾ, ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗਣ ਵਾਲਾ, ਤੇ ਇਹਨਾਂ ਨੇ ਪਿੰਡਾਂ ਦੇ ਵਿੱਚ ਆਮ ਸੱਥਾਂ ਦੇ ਵਿੱਚ ਸੈਮੀਨਾਰ ਲਾ ਕੇ ਚੋਣ ਜਲਸੇ ਕਰਕੇ ਮਿੰਨਤਾਂ ਕਰਨੀਆਂ, ਤਰਲੇ ਕਰਨੀਆਂ, ਕੁਝ ਹਾੜੇ ਕੱਢਣੇ, ਕੁਝ ਆਪਣੀਆਂ ਪਹਿਲੀਆਂ ਜਿਹੜੇ ਕੰਮ ਕੀਤੇ ਸੁਣਾ ਕੇ ਕਹਿਣਾ ਅਸੀਂ ਚੰਗੇ ਉਹ ਮਾੜੇ, ਅਸੀਂ ਚੰਗੇ ਉਹ ਮਾੜੇ, ਇੱਕ ਦੂਜੇ ਨੂੰ ਮਾੜੇ ਕਹਿ ਕੇ ਇਹ ਆਪੇ ਹੀ ਇੱਕ ਦੂਜੇ ਦਾ ਝੱਗਾ ਚੱਕ ਦਿੰਦੇ, ਕਿਸੇ ਤੀਜੇ ਨੂੰ ਚੱਕਣ ਦੀ ਲੋੜ ਨਹੀਂ ਪੈਂਦੀ। ਪਰ ਲੋਕ ਕੀ ਕਹਿਣਾ ਚਾਹੀਦਾ ਲੋਕਾਂ ਨੂੰ ਕਿ ਭਾਈ ਜਿਹੜੇ ਪਿਛਲੇ ਤੁਸੀਂ 5 ਸਾਲ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਪਿਛਲੇ 10 ਸਾਲ ਵਾਲਿਆਂ ਨੇ ਹਿਸਾਬ ਕਰਨਾ ਚਾਹੀਦਾ ਲੋਕ ਵੀ ਸਾਡੇ ਸਕੂਲ, ਸਾਡੇ ਸਿਹਤ ਕਿੱਥੇ ਨੇ, ਘਰ ਦੇ ਡਿਪਲੋਮਾ ਦੇ ਵਿੱਚ ਪੜ੍ਹ ਕੇ ਸੜਕਾਂ ਕੇ ਖਾਂਦੇ ਨੇ ਔਰ ਸਰਕਾਰ ਉਹਨਾਂ ਦੇ ਡਾਂਗਾ ਮਾਰਦੀ। ਇੱਥੋਂ ਤੱਕ ਕਿ ਜਿਹੜੇ ਪਹਿਲਾਂ ਤਨਖਾਹਾਂ ਲੈ ਰਹੇ ਨੇ, ਜਿਹੜੇ ਸਰਵਿਸ ਕਰ ਰਹੇ, ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਮਜ਼ਦੂਰ ਵੀ ਦੁਖੀ ਹੈ, ਮੁਲਾਜ਼ਮ ਵੀ ਦੁਖੀ ਹੈ, ਕਿਰਤੀ ਵੀ ਦੁਖੀ ਹੈ, ਕਿਸਾਨ ਵੀ ਦੁਖੀ ਹੈ। ਫਿਰ ਵੀ ਇੰਨੇ ਲੋਕ, ਪੰਜਾਬ ਦਾ ਹਰ ਇੱਕ ਵਰਗ ਦੁਖੀ ਆ, ਕੁਝ ਪਰਸੈਂਟ ਪੂੰਜੀਪਤੀਆਂ ਨੂੰ ਛੱਡ ਕੇ ਸਾਰੇ ਦੁਖੀ ਨੇ। ਪਰ ਫਿਰ ਵੀ ਇਹ ਉਹਨਾਂ ਦੀ ਚੁੰਗਲ ਦੇ ਵਿੱਚ ਕਿਉਂ ਫਸ ਜਾਂਦੇ, ਕਿਉਂ ਗੁੰਮਰਾਹ ਹੋ ਜਾਂਦੇ, ਕਿਉਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਨਾਲ ਸਹਿਮਤੀ ਪ੍ਰਗਟਾ ਕੇ ਕਹਿ ਦਿੰਦੇ ਨੇ ਅਸੀਂ ਸਾਰੇ ਤੁਹਾਡੇ ਹੀ ਆ, ਜਾਂ ਵੋਟਾਂ ਪਾ ਕੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਜਾਂ ਲੋਕਾਂ ਕੋਲ ਕੋਈ ਹੱਲ ਨਹੀਂ ਲੱਭਦਾ ਵੀ ਇਹ ਸਾਰੇ ਮਾੜੇ ਆ, ਵੀ ਚੌਥਾ ਕੋਈ ਹੋਰ, ਕੋਈ ਪੰਜਵਾਂ, ਕੋਈ ਚੱਜ ਦਾ ਕੋਈ ਆ ਜਾਵੇ ਤਾਂ ਉਹਨੂੰ ਜਿਤਾਈਏ, ਜਿਹਦੇ ਨੂੰ ਅਸੀਂ ਨਵੇਂ ਨੂੰ ਪਰਖ ਲਈਏ। ਜਾਂ ਲੋਕਾਂ ਨੂੰ ਕੋਈ ਇਦਾਂ ਦਾ ਹੱਲ, ਕੋਈ ਰਾਹ, ਕੋਈ ਇਦਾਂ ਦਾ ਕੋਈ ਨਹੀਂ ਲੱਭਦਾ। ਕੀ ਕਹਿਣਾ ਚਾਹੋਗੇ ਇਹਦੇ ਲਈ? ਜਦੋਂ ਇਲੈਕਸ਼ਨ ਹੋਣੀ ਆ ਜਿਹੜੀ ਆਉਣ ਵਾਲੇ ਸਮੇਂ 'ਚ ਜੀ, ਇਹਦਾ ਰੂਪ ਪਹਿਲੀਆਂ ਇਲੈਕਸ਼ਨਾਂ ਨਾਲੋਂ ਵੱਖਰਾ ਹੋਣਾ ਜੀ, ਕਿਉਂਕਿ ਦਿੱਲੀ ਮੋਰਚੇ ਤੋਂ ਬਾਅਦ ਲੋਕਾਂ ਦੇ ਅੰਦਰ ਬੜੀ ਵੱਡੀ ਜਾਗਰਤੀ ਆਈ ਆ। ਪਹਿਲਾਂ ਵੀ ਕੁਝ ਸਮਾਜ ਸੁਧਾਰਕ ਜਿਹੜੇ ਆ ਵੱਖ-ਵੱਖ ਸਮਿਆਂ 'ਤੇ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਆ, ਤੇ ਉਹ ਜਿਹੜੀ ਮਿਹਨਤ ਕੀਤੀ ਉਹ ਵੀ ਰੰਗ ਲਿਆ ਰਹੀ ਆ। ਅੱਜ ਜਦੋਂ ਪਿੰਡਾਂ ਦੇ ਅੰਦਰ ਇਹਨਾਂ ਪਾਰਟੀਆਂ ਦੇ ਲੋਕ ਜਦੋਂ ਜਾਣਗੇ ਵੋਟਾਂ ਮੰਗਣ ਵਾਸਤੇ, ਪਿੰਡਾਂ ਦੇ ਲੋਕ, ਵਿਹੜਿਆਂ ਦੇ ਲੋਕ ਇਹਨਾਂ ਨੂੰ ਸਵਾਲ ਜ਼ਰੂਰ ਕਰਨਗੇ ਜੀ। ਪਹਿਲੀਆਂ ਜਿਹੜੀਆਂ ਇਲੈਕਸ਼ਨਾਂ ਆਈਆਂ ਉਹਨਾਂ ਵਿੱਚ ਇਹ ਕਦੇ ਨਹੀਂ ਵਾਪਰਿਆ। ਅੱਜ ਆਉਣ ਵਾਲੀਆਂ ਇਲੈਕਸ਼ਨ ਤੁਸੀਂ ਆਪ ਦੇਖਿਓ, ਸਾਰੇ ਲੋਕਾਂ ਨੇ ਦੇਖਣਾ ਵੀ ਇਹ ਅੱਜ ਸਾਡੇ ਸਾਹਮਣੇ ਆਉਣਾ। ਇੱਥੋਂ ਸਾਨੂੰ ਮਾਲੂਮ ਹੁੰਦਾ ਵੀ ਆਮ ਲੋਕ ਜਿਹੜੇ ਆ ਉਹ ਜਾਗਰਤ ਹੋ ਰਹੇ ਆ, ਆਉਣ ਵਾਲੇ ਸਮੇਂ ਜਾਗਰਤ ਹੋਣਗੇ। ਇਹ ਜਿਹੜੇ ਝੂਠੇ ਤੇ ਫਰੇਬੀ ਲਾਰੇ ਲਾਉਣ ਵਾਲੇ ਆ, ਇਹਨਾਂ ਨੂੰ ਨੱਥ ਪਾਉਣਗੇ। ਬਿਲਕੁਲ ਜੀ, ਨੱਥ ਪਾਉਣ ਦੀ ਲੋੜ ਹੈ। ਜਿੱਥੇ ਅਸੀਂ 5 ਸਾਲ ਤੰਗੀਆਂ ਤੁਰਸ਼ੀਆਂ ਚੋਂ ਕੱਟ ਰਹੇ ਔਰ ਇਹਨਾਂ ਨੂੰ ਭੰਡ ਕੇ ਕੱਟ ਰਹੇ ਔਰ ਇਹਨਾਂ ਦੀਆਂ ਜਿਹੜੀਆਂ ਵਧੀਕੀਆਂ ਉਹਨਾਂ ਨੂੰ ਸਹਾਰਦੇ ਹੋਏ ਕੱਟਦੇ। ਤੇ ਜਦੋਂ ਸਮਾਂ ਦੇਖੋ, ਇਹ ਜਿਹੜਾ
ਸੰਵਿਧਾਨ ਹੈ, ਲੋਕਤੰਤਰ ਦੇਸ਼ ਹੈ। ਲੋਕਤੰਤਰ ਦੇਸ਼ ਦੇ ਵਿੱਚ ਲੋਕਾਂ ਦੇ ਵੱਲੋਂ, ਲੋਕਾਂ ਦੇ ਵਿੱਚੋਂ ਹੀ, ਲੋਕਾਂ ਦੇ ਵਾਸਤੇ ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਆ ਤੇ ਜੇ ਨੇ ਸਰਕਾਰ ਨੇ ਲੋਕਾਂ ਵਾਸਤੇ ਕੰਮ ਕਰਨਾ ਹੁੰਦਾ। ਅਫਸੋਸ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਲੋਕਤੰਤਰ ਦੇ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਲੋਕ ਅਜੇ ਤੱਕ ਨਾ ਸਮਝਣ ਕਰਕੇ ਹੀ, ਵੋਟ ਦੀ ਤਾਕਤ ਨਾ ਸਮਝਣ ਕਰਕੇ, ਕਿ ਲੋਕਤੰਤਰ ਦੀ ਪਰਿਭਾਸ਼ਾ ਨਾ ਸਮਝਣ ਕਰਕੇ ਹੀ ਲੋਕ ਅੱਜ ਇਹਨਾਂ ਕੁਝ ਪੂੰਜੀਪਤੀ ਜਾਂ ਜਿਹੜੇ ਲੀਡਰ ਬਣਨ ਵਾਲੇ, ਜਿਹੜੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਗੁੰਮਰਾਹ ਹੋ ਕੇ ਦੁਬਾਰਾ ਫਿਰ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਦਿੰਦੇ ਨੇ। ਨਹੀਂ ਤੇ ਸੰਵਿਧਾਨਕ ਹੱਕ ਹੈ ਹਰ ਇੱਕ ਦੇ ਕੋਲ, ਜੇ ਤੁਸੀਂ ਵੋਟ ਪਾਉਂਦੇ ਹੋ ਤਾਂ ਹਿਸਾਬ ਵੀ ਮੰਗ ਸਕਦੇ ਹੋ ਤੇ ਇਹ ਹਿਸਾਬ ਮੰਗਣ ਦਾ ਮੌਕਾ ਆ ਗਿਆ। ਬਿਲਕੁਲ ਤੁਹਾਡੇ ਤੱਕ ਹੁਣ ਇਹਨਾਂ ਹੀ ਪਹਿਲੇ ਬਣੇ ਲੀਡਰਾਂ ਨੇ ਵੀ ਤੇ ਨਵਿਆਂ ਨੇ ਵੀ, ਇਹਨਾਂ ਨੇ ਤੁਹਾਡੇ ਕੋਲ ਪੱਲੂ ਗਲ ਦੇ ਵਿੱਚ ਪਾ ਕੇ ਆਉਣਾ, ਮਿੰਨਤਾਂ ਕਰਨੀਆਂ, ਤੁਹਾਡੇ ਪੈਰੀ ਹੱਥ ਲਾਉਣੇ, ਤੁਹਾਡੇ ਵਿਹੜਿਆਂ ਦੇ ਵਿੱਚ ਆਉਣਾ, ਤੁਹਾਡੇ ਦਰਵਾਜ਼ੇ ਤੱਕ ਆਉਣਾ। ਸਮਾਂ ਚੰਗਾ ਕਿ ਤੁਸੀਂ ਇਹਨਾਂ ਦੇ ਨਾਲ ਪਾਈ ਦਾ, ਪੰਜੀ ਦਾ ਹਿਸਾਬ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿ ਉਸ ਵੇਲੇ ਤੁਸੀਂ ਕਿੱਥੇ ਸੀ ਜਦੋਂ ਸਾਡੇ ਘਰਾਂ ਦੇ ਉੱਤੇ ਆਫਤ ਆਈ ਸੀ, ਕਰੋਨਾ ਤੇ ਲੋਕਡਾਊਨ ਦੀ, ਕਰਫਿਊ ਦੀ, ਤੇ ਅਸੀਂ ਭੁੱਖੇ ਬੈਠੇ ਸੀ ਤੇ ਤੁਸੀਂ ਸਾਨੂੰ ਆ ਕੇ ਪੁੱਛਿਆ ਨਹੀਂ। ਤੁਸੀਂ ਪੁੱਛ ਸਕਦੇ ਹੋ ਕਿ ਅਸੀਂ ਬਿਮਾਰ ਪਏ ਸੀ, ਸਾਨੂੰ ਗੋਲੀ ਤੱਕ ਨਸੀਬ ਨਹੀਂ ਹੋਈ, ਇੱਕ ਟੀਕਾ ਤੱਕ, ਇੱਕ ਦਵਾਈ ਤੱਕ ਨਸੀਬ ਨਹੀਂ ਹੋਈ। ਤੁਸੀਂ ਪੁੱਛ ਸਕਦੇ ਹੋ। ਤੁਸੀਂ ਪੁੱਛ ਸਕਦੇ ਹੋ ਕਿ ਸਾਡੇ ਬੱਚੇ ਕਿੱਥੇ ਪੜ੍ਹਨ, ਜਿਹੜੇ ਅੱਜ ਤੋਂ ਪਹਿਲਾਂ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਡੀਸੀ ਲੱਗੇ, ਐਸਡੀਐਮ ਲੱਗੇ, ਆਈਪੀਐਸ ਅਫਸਰ ਲੱਗੇ ਨੇ, ਉਹ ਸਰਕਾਰੀ ਸਕੂਲਾਂ 'ਚੋਂ ਅੱਜ ਸਾਡੇ ਕੋਲੋਂ ਸਰਕਾਰੀ ਸਕੂਲ ਖੋਲ੍ਹੇ ਨੇ ਤੇ ਸਾਨੂੰ ਮਹਿੰਗੀ ਵਿੱਦਿਆ ਜਿਹੜੀ ਬੱਚਿਆਂ ਨੂੰ ਉਹ ਪੜ੍ਹਾਉਣੀ ਪੈ ਰਹੀ ਹੈ ਤੇ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੈ। ਸਵਾਲ ਕਰ ਸਕਦੇ ਹੋ ਕਿ ਜਿਹੜੇ ਪੜ੍ਹੇ ਲਿਖੇ ਬੱਚੇ ਅੱਜ ਲੱਖਾਂ ਰੁਪਈਆ ਲਗਾ ਕੇ ਹੱਥਾਂ ਦੇ ਵਿੱਚ ਡਿਗਰੀਆਂ ਫੜ ਕੇ ਉਹ ਲਿਫਾਫੇ ਫਾਈਲਾਂ ਲੈ ਕੇ ਅੱਜ ਉਹੀ ਬੱਚੇ ਹੋਰ ਮਾਪਿਆਂ ਨੂੰ ਕਰਜ਼ਈ ਕਰ ਕਰਕੇ, ਅੱਜ ਆਈਲੈਟਸ ਕਰਕੇ ਹੋਰ ਕਰਜ਼ਾ ਮਾਪਿਆਂ ਸਿਰ ਚੜਾ ਕੇ ਵਿਦੇਸ਼ਾਂ ਵੱਲ ਰੁੱਖ ਜਾ ਰਹੇ ਨੇ। ਇਹਦੇ ਜ਼ਿੰਮੇਵਾਰ ਤੁਸੀਂ ਹੋ। ਸਵਾਲ ਤੁਸੀਂ ਕਰ ਸਕਦੇ ਹੋ, ਪਰ ਅਫਸੋਸ ਜੇ ਨਾ ਕੀਤਾ ਤਾਂ ਫਿਰ ਇਹ ਨਵੀਆਂ ਚੋਣਾਂ ਨੇ, ਇਹ 2022 ਦੀਆਂ ਚੋਣਾਂ ਨੇ, ਕੁਝ ਵੀ ਬਦਲਣਾ ਨਹੀਂ ਆ। ਇੱਕ ਆਉਣਗੇ ਦੂਜੇ ਇੱਕ ਜਾਣਗੇ, ਦੂਜੇ ਆ ਜਾਣਗੇ, ਦੂਜੇ ਆਣਗੇ, ਤੀਜੇ। ਇਹ ਸਿਸਟਮ ਇਦਾਂ ਹੀ ਚੱਲਦਾ ਰਹਿਣਾ। ਪਰ ਜੇ ਸੱਚੀ ਮੁੱਚੀ ਤੁਸੀਂ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਮੰਨਦੇ ਹੋ, ਜੇ ਸੱਚੀ ਮੁੱਚੀ ਤੁਸੀਂ ਉਸ ਯੂਨੀਵਰਸਿਟੀ, ਉਹ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ ਜਿੱਥੇ ਉਹ ਗੁਰੂ ਸਾਹਿਬਾਨਾਂ ਦਾ ਸੰਦੇਸ਼ ਹੈ ਕਿ ਇਹ ਤੁਹਾਡੇ ਹੱਥ ਦੇ ਵਿੱਚ, ਸਿਰਫ ਅਗਿਆਨੀ ਤੋਂ ਗਿਆਨੀ ਹੋਣ ਦੀ ਲੋੜ ਹੈ। ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਸਾਨੂੰ ਜਾਗਰਕ ਹੋਣ ਦੀ ਲੋੜ ਹੈ। ਜਾਗਰਕ ਅਸੀਂ ਤਦੇ ਹੀ ਖਵਾਵਾਂਗੇ, ਪੜ੍ਹੇ ਲਿਖੇ ਤਦੇ ਹੀ ਖਵਾਵਾਂਗੇ ਜੇ ਤੁਸੀਂ ਇਹ 5 ਸਾਲ ਬਾਅਦ ਹੋਣ ਵਾਲੀਆਂ ਚੋਣਾਂ ਦੇ ਵੇਲੇ, ਜਦੋਂ ਇਹ ਤੁਹਾਡੇ ਕੋਲ ਇਹਨਾਂ ਲੀਡਰਾਂ ਨੇ ਆਉਣਾ, ਤੁਸੀਂ ਪੰਜੀ ਦਾ ਹਿਸਾਬ ਤੇ ਪਹਿਲੀਆਂ ਤੰਗੀਆਂ ਤੁਰਸ਼ੀਆਂ ਦੀ ਗੱਲ, ਅਸਲ ਦੇ ਵਿੱਚ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਅਸਲ ਗਰੀਬੀ ਦੇ ਕਾਰਨ ਕੀ ਹੈਗੇ ਆ। ਅਸੀਂ ਗਰੀਬ ਹੋ ਰਹੇ ਤੇ ਇਹ ਲੋਕ ਅਮੀਰ ਹੋ ਰਹੇ ਤੇ ਇਹਨਾਂ ਦੇ ਅਸੀਂ ਅੱਜ ਬੇਘਰ, ਬਿਨਾਂ ਪਲਾਟਾਂ ਤੋਂ ਅੱਜ ਦੁਹਾਈ ਦੇ ਰਹੇ ਹਾਂ। ਨੀਲੀ ਛੱਤ ਦੇ ਥੱਲੇ ਬੈਠ ਕੇ, ਬਿਨਾਂ ਛੱਤ ਤੋਂ ਅਸੀਂ ਠੰਡੀਆਂ ਧੁੰਦਾਂ ਦੇ ਵਿੱਚ ਵੀ ਅਸੀਂ ਬੈਠ ਕੇ ਦੁਹਾਈ ਦੇ ਰਹੇ ਤੇ ਇਹਨਾਂ ਨੇ ਪਲਾਟ ਜਿਹੜੇ ਆ ਉਹ ਚੰਦ ਤੇ ਕੱਟਣ ਦੇ ਵੀ ਆਪਣੇ ਵਾਸਤੇ ਪਲਾਨ ਕਰ ਲਏ। ਔਰ ਬਾਹਰਲੇ ਹਰੇਕ ਮੁਲਕ ਦੇ ਵਿੱਚ ਇਹਨਾਂ ਦੇ ਪਲਾਟ ਨੇ, ਘਰ ਨੇ, ਇੰਡਸਟਰੀ, ਫੈਕਟਰੀ ਇਹਨਾਂ ਦੇ ਬਾਹਰਲੇ ਮੁਲਕ ਦੇ ਵਿੱਚ। ਪੰਜਾਬ ਅੱਜ ਤਬਾਹ ਹੋ ਜਾਵੇ ਤਾਂ ਇਹਨਾਂ ਨੇ ਫਟਾਫਟ ਉੱਥੇ ਚਲੇ ਜਾਣਾ। ਅਫਸੋਸ ਕਿ ਤੁਹਾਨੂੰ ਅਹਿਸਾਸ ਨਹੀਂ ਹੋ ਸਕਿਆ ਹਾਲੇ ਕਿ ਸਾਡੀ ਗਰੀਬੀ ਦਾ ਕਾਰਨ ਕੀ ਹੈ। ਇਹ ਗਰੀਬੀ ਸਾਡੇ ਹਿੱਸੇ ਦਾ ਪੈਸਾ ਜਿਹੜਾ ਇਹਨਾਂ ਦੀ ਜੇਬ ਦੇ ਵਿੱਚ ਗਿਆ, ਜਿਹਦੇ ਨਾਲ ਅੱਜ ਇਹਨਾਂ ਦੇ ਜਿਹੜੇ ਬਹੁਤ ਅੱਛਾ ਰਿਕਾਰਡ ਤੁਹਾਡੇ ਹੱਥ ਦੇ ਵਿੱਚ ਆ ਸਕਦਾ। ਆਰਟੀਆਈ ਪਾ ਕੇ ਮੰਗ ਲਓ ਕਿ ਅੱਜ ਤੋਂ 5 ਸਾਲ ਪਹਿਲਾਂ ਜਿਹੜੇ ਐਮਐਲਏ ਨੇ ਕਾਗਜ਼ ਭਰੇ ਸੀ, ਉਹਦੇ ਵਿੱਚ ਆਪਣੀ ਪ੍ਰਾਪਰਟੀ ਕਿੰਨੀ ਲਿਖਾਈ ਸੀਗੀ, ਕੁਆਂਟਲਾਂ ਦੇ ਹਿਸਾਬ ਨਾਲ, ਕਿਲੋਆਂ ਦੇ ਹਿਸਾਬ ਨਾਲ ਇਹਨਾਂ ਦੇ ਸਰਕਾਰੀ ਕਾਗਜ਼ਾਂ ਦੇ ਵਿੱਚ ਸੋਨਾ ਬੋਲਦਾ, ਹਜ਼ਾਰਾਂ ਏਕੜ ਜ਼ਮੀਨ ਬੋਲਦੀ, ਅਣਗਿਣਤ ਪੈਸਾ ਬੋਲਦਾ। ਉਹ ਕਿੰਨਾ ਜਦੋਂ ਸ਼ੁਰੂ ਰਾਜਨੀਤੀ ਸੀ, ਇਹ ਸਾਡੇ ਅਫਸੋਸ ਇਹਨਾਂ ਨਾਲ ਹਿਸਾਬ ਨਹੀਂ। ਸਮਾਂ ਚੰਗਾ, ਵੇਲਾ ਚੰਗਾ, ਸਿਰਫ ਮਹੀਨਾ ਡੇਢ ਮਹੀਨਾ ਬਾਕੀ ਆ, ਮੁੜ ਕੇ ਨਹੀਂ ਤੇ 5 ਸਾਲ ਬਾਅਦ ਇਹਨਾਂ ਨੇ ਤੁਹਾਡੇ ਕੋਲ ਮੁੜ ਕੇ ਆਉਣਾ। ਇਹ ਵੀ ਲੋਕਤੰਤਰ ਦੀ ਕਰਕੇ ਹੀ ਤੁਹਾਡੇ ਕੋਲ ਆਉਂਦੇ ਨੇ, ਨਹੀਂ ਤਾਂ ਇਹਨਾਂ ਨੇ ਸਾਰਿਆਂ ਨੇ ਚੰਡੀਗੜ੍ਹ ਰਹਿਣ ਲੱਪਣ ਸੀ। ਇੱਕ ਵਾਰੀ ਰਾਜੇ ਬਣੇ, ਮੁੜ ਕੇ ਚੰਡੀਗੜ੍ਹ ਤੋਂ ਆਉਣ ਦੀ ਲੋੜ ਨਹੀਂ ਪੈਣੀ ਸੀ। ਇਹ ਤੁਹਾਡੀ ਵੋਟ ਦੀ ਸ਼ਕਤੀ ਹੈ। ਆਸ ਕਰਦੇ ਹਾਂ ਕਿ ਤੁਸੀਂ ਇਹਦੇ ਨਾਲ ਅੱਜ ਸਵਾਲ ਕਰੋਗੇ। ਰੰਧਾਵਾ ਸਾਹਿਬ, ਆਖਰ ਤੇ ਕੀ ਤੁਹਾਡੇ ਮਨ ਦੇ ਵਿੱਚ ਗੱਲ ਹੈ, ਕਿਹੜੀ ਗੱਲ ਕਹਿਣੀ ਚਾਹੁੰਦੇ ਹੋ ਜਿਹਦੇ ਨਾਲ ਸੱਚੀ ਮੁੱਚੀ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਤਬਦੀਲੀ ਆ ਜਾਵੇ, ਬਰਾਬਰਤਾ ਆ ਜਾਵੇ, ਹਰ ਇੱਕ ਸੁੱਖ ਦਾ ਸਾਰ ਰਵੇ, ਕੋਈ ਬਿਨਾਂ ਛੱਤ ਤੋਂ ਨਾ ਰਵੇ, ਕੋਈ ਭੁੱਖਾ ਨਾ ਸੋਵੇ? ਕੀ ਕਹਿਣਾ ਚਾਹੋਗੇ ਆਖਰ ਤੇ ਚੰਦ ਸ਼ਬਦਾਂ ਦੇ ਵਿੱਚ? ਉਹ ਸਾਡੇ ਸਮਾਜ ਦੇ ਅੰਦਰ ਜੇ ਤਬਦੀਲੀ ਲਿਆਉਣੀ ਤੇ ਸੁਧਾਰ ਕਰਨਾ, ਸਮਾਜ ਦੇ ਅੰਦਰ ਬਹੁਤ ਸਾਰੇ ਲੋਕ ਐਸੇ ਹੈਗੇ ਆ ਜਿਹੜੇ ਸੱਚੀ ਦਿਲੋਂ ਤਬਦੀਲੀ ਚਾਹੁੰਦੇ ਆ। ਜਿਵੇਂ ਪਹਿਲਾਂ ਜ਼ਿਕਰ ਕੀਤਾ ਸਾਡੇ ਬਾਬੂ ਰਾਮ, ਮੰਗੂ ਰਾਮ ਹੁਣੇ, ਜੇ ਮੋਗੋ ਵਾਲੀਏ,
ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡ ਕੇ ਲੋਕਾਂ ਦੀ ਸੇਵਾ ਕੀਤੀ ਤੇ ਸੱਚੀ ਮੁੱਚੀ ਮਨੋਂ ਅੰਦਰੋਂ ਉਹਨਾਂ ਦਾ ਇਰਾਦਾ ਸੀ ਵੀ ਸਾਡਾ ਸਮਾਜ ਦੇ ਅੰਦਰ ਤਬਦੀਲੀ ਆਵੇ, ਕਿਉਂਕਿ ਉਹਨੇ ਆਪ ਤੰਗੀ ਕੱਟੀ ਸੀ। ਉਹਨਾਂ ਨੂੰ ਸਕੂਲ ਦੇ ਅੰਦਰ ਦਾਖਲਾ ਨਹੀਂ ਸੀ ਮਿਲ ਰਿਹਾ, ਇਸ ਕਰਕੇ ਵੀ ਦਲਿਤਾਂ ਦੇ ਵਿੱਚੋਂ, ਗਰੀਬਾਂ ਦੇ ਵਿੱਚੋਂ। ਤੇ ਅੱਜ ਵੀ ਇਹ ਘਟਨਾਵਾਂ ਵਾਪਰ ਰਹੀਆਂ। ਤੇ ਜੇ ਅਸੀਂ ਤਬਦੀਲੀ ਲਿਆਉਣੀ ਆ, ਸਾਨੂੰ ਜਾਗਰਤ ਹੋ ਕੇ, ਏਕਾ ਸਾਰ ਕੇ, ਆਪਣੀ ਤਾਕਤ ਵਧਾ ਕੇ, ਆਪਣੀ ਤਾਕਤ ਨੂੰ ਪਛਾਣ ਕੇ ਇਹਨਾਂ ਦੀਆਂ ਝੂਠੀਆਂ ਗੱਲਾਂ 'ਚ ਨਾ ਆਈਏ। ਆਉਣ ਵਾਲੇ ਸਮੇਂ 'ਚ ਏਕਤਾ ਨੂੰ ਵਧਾ ਕੇ ਅਸੀਂ ਇਹਨਾਂ ਦਾ ਮੁਕਾਬਲਾ ਕਰੀਏ, ਫਿਰ ਇੱਥੇ ਤਬਦੀਲੀ ਲਿਆਉਣੀ। ਇਹਨਾਂ 'ਤੇ ਕੋਈ ਕਿਸੇ ਕਿਸਮ ਦੀ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ। ਬਿਲਕੁਲ ਜੀ, ਇਹਨਾਂ ਤੇ ਕੋਈ ਆਸ ਨਹੀਂ ਹੈ। ਲੋਕਾਂ ਨੂੰ ਆਪ ਇਕੱਠੇ ਹੋਣਾ ਪਏਗਾ। ਗੁਰੂ ਸਾਹਿਬਾਨਾਂ, ਰਹਿਬਰਾਂ ਦਾ, ਦੇਸ਼ ਭਗਤਾਂ ਦੀ ਗੱਲ ਮੰਨ ਕੇ, ਇਕੱਠੇ ਹੋ ਕੇ, ਪੜ੍ਹ ਲਿਖ ਕੇ ਤੇ ਸਾਨੂੰ ਸੰਘਰਸ਼ ਕਰਨਾ ਪਏਗਾ। ਔਰ ਇਹਨਾਂ ਦੇ ਨਾਲ ਹਿਸਾਬ ਕਿਤਾਬ ਕਰਨ ਦਾ ਵੇਲਾ ਹਿਸਾਬ ਕਿਤਾਬ ਵੀ ਕਰਨਾ ਪਏਗਾ। ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਪਹਿਲਾਂ ਗੱਲ ਰੱਖ ਲੈਣੀ ਚਾਹੀਦੀ ਵੀ ਪਿੰਡ ਇਕੱਠਾ ਹੋਣਾ, ਸਵਾਲ ਅਸੀਂ ਕਰਨੇ, ਤੁਸੀਂ ਜਵਾਬ ਦੇਣੇ ਨੇ। ਅਸੀਂ ਤੁਹਾਡੇ ਭਾਸ਼ਣ ਸੁਣ ਕੇ ਅੱਕ ਗਏ, ਥੱਕ ਗਏ, ਹੋਰ ਭਾਸ਼ਣ ਨਹੀਂ ਸੁਣਨੇ। ਤੁਸੀਂ ਸਾਡੀਆਂ ਗੱਲਾਂ, ਸਾਡੇ ਨਾਲ ਗੱਲਾਂ ਕਰੋ, ਜਿਵੇਂ ਸਾਡੇ ਨਾਲ ਤੁਹਾਡਾ ਗੂੜਾ ਰਿਸ਼ਤਾ। ਤੁਸੀਂ ਸਾਡੇ ਲੀਡਰ ਹੋ, ਅਸੀਂ ਤੁਹਾਡੇ ਵੋਟਰ ਹਾਂ। ਤੇ ਆਓ ਆਪਾਂ ਹਿਸਾਬ ਕਿਤਾਬ ਵੀ ਕਰੀਏ, ਨਾਲ ਪਿੰਡ ਦੀ ਬਿਹਤਰੀ ਲਈ ਗੱਲਾਂ ਵੀ ਕਰੀਏ, ਨਾਲ ਬੱਚਿਆਂ ਦੀ ਬਿਹਤਰੀ ਲਈ ਗੱਲਾਂ ਵੀ ਕਰੀਏ, ਨਾਲ ਬੱਚਿਆਂ ਦੇ ਸਕੂਲਾਂ ਦੀ ਵੀ ਗੱਲ ਕਰੀਏ, ਡਿਸਪੈਂਸਰੀ ਤੇ ਹਸਪਤਾਲਾਂ ਦੀ ਵੀ ਗੱਲ ਕਰੀਏ, ਬੱਚੇ ਕਿਉਂ ਵਿਦੇਸ਼ਾਂ ਨੂੰ ਜਾ ਰਹੇ ਨੇ, ਆਓ ਗੱਲ ਕਰੀਏ। ਸ਼ਾਇਦ ਇਹ ਤੁਹਾਨੂੰ ਮੌਕਾ ਨਹੀਂ ਦੇਣਗੇ ਤੁਹਾਡੇ ਕੋਲ ਆਉਣ ਦਾ। ਜੇ ਨਹੀਂ ਦੇਣਗੇ ਤਾਂ ਤੁਸੀਂ ਵੀ ਵੋਟਾਂ ਦਾ ਮੌਕਾ ਨਾ ਦਿਓ। ਇਹ ਤੋਂ ਭਾਵ ਇਹ ਹੈ ਵੀ ਇਹ ਤੁਹਾਡੇ ਸਵਾਲਾਂ ਦੇ ਜਵਾਬ ਜੇ ਨਹੀਂ ਦੇ ਸਕਦੇ ਤੇ ਆਸ ਕਰਦੇ ਹਾਂ ਤੇ ਇਹ ਤੁਸੀਂ ਸਵਾਲ ਜ਼ਰੂਰ ਕਰੋ। ਰੰਧਾਵਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਗੁਰਦੇਵ। ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਬਹੁਤ ਧੰਨਵਾਦ ਜੀ। ਤੇ ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਕਾਂਚੀ ਟੀਵੀ। ਇਸੇ ਤਰੀਕੇ ਦੇ ਨਾਲ ਸਾਡੀਆਂ ਇਹ ਵਿਚਾਰਾਂ ਚੱਲਦੀਆਂ ਰਹਿਣਗੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੈ ਭੀਮ, ਜੈ ਗੁਰਦੇਵ।